ਤੁਹਾਨੂੰ ਪਤਾ ਕੱਲ ਰਾਤ ਦਾ ਰੇੜਕਾ ਚੱਲ ਰਿਹਾ, रेलवे रोड ते खड़े हैं, पिछे MLA अंगद सिंह भी पहुँच गए ने, व्यापार मंडल भी पहुँच गया है, पुलिस प्रशासन भी इत्थे मौजूद है, SI जसविंदर जी मौजूद ने, अवतार सिंह जी मौजूद ने, SHO भी मौजूद ने, DSP सविंदरपाल सिंह जी भी मौजूद ने। सारे नाल ही गलबात करांगे। और धरने के पिछे जिहड़े आम लोग वो भी बैठे ने, वो भी कह रहे हैं कि जद तक मसले का हल नहीं हुंदा असीं धरना नहीं चकना। साडा रोस प्रदर्शन है, सड़क की दीवार की चैकिंग भी होनी चाहिए है कि मटीरियल सही है कि नहीं। इहदे बाबत MLA साहब आ रहे हैं, उन्होंने गलबात कर लांगे, क्योंकि पब्लिक परेशान है। वो बार बार कहती है कि ठीक है हुण तां सड़क बन रही है, जो बन गई उस तो बाद अगर हादसा आउंदा, घटना वापरदी तां कौन जिम्मेवार है। हुण तां करफ्यू सीगा, इस करके लोग घरां विच सन, दुकान बंद सी। अगर करफ्यू ना हुंदा, खुदा ना खास्ता दुकानदार इत्थे बैठा हुंदा जां चाह वाले कोल टिप्पर पलट जांदा तां की सिचुएशन होनी सी। 1-2 मिनट वो सिचुएशन समझ लैण, गलबात कर लैण, उस तो बाद जी जरूर तुहाडी उन्हां नाल गलबात करवावांगे। जेई साहब तो पुछ रहे हैं, मैं थोड़ा नेड़े होकर तुहानूं सुणाउण दी कोशिश करदा जी। सर एक मिनट जगह दे दो, हाल की घड़ी वो सिचुएशन समझ रहे हैं, समझ लैण तां आपां जरूर जी 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 सर जी सर 5 मिनट का समा वो लेना चाहते हैं, क्योंकि समझना चाहते हैं। जेई साहब इत्थे पहुँच गए हैं, व्यापार मंडल तो भी पहुँच चुके हैं सारे इत्थे। तो आई डोंट वांट टू डिस्ट्रैक्ट हिम। 2 मिनट जरूर सिचुएशन को समझ लैन, क्योंकि वीडियो च देखना और असलीयत च देखना बहुत फर्क है। और जरूर विजय थोड़ा नेड़े होकर तुसीं सुना दो जी। सर वो कह रहे थे बजरी खड़ी, बजरी वाला पहले इत्थे कोई ट्रक खड़ा सी, शायद सुनन च आया ट्रक खड़ा होना। देखो गल इदां, इत्थे तो टायर आना ही नहीं चाहिए। कितने पलटे जी? आओ बापू जी अगे आ जाओ, अगे आ जाओ बापू जी, अगे आ जाओ बापू जी, बापू जी आ जाओ, बापू जी आ जाओ, अगे आ जाओ, अपना पॉइंट ऑफ व्यू रख दो। सर ਜਿਹੜਾ ਟਿੱਪਰ ਆ ਨਾ, ਟਿੱਪਰ ਇੱਥੇ ਪਲਟਿਆ। ਅੱਛਾ, ਉਹ ਇਦਾਂ ਸਾਈਡ ਤੇ ਕਿੱਦਾਂ ਆ ਗਿਆ ਇਹਨਾਂ? ਉਹ ਇਸ ਤਰ੍ਹਾਂ ਜਦੋਂ ਇਧਰੋਂ ਆਇਆ ਜੀ, ਅੱਛਾ ਜੀ, ਤਾਂ ਹੋ ਸਕਦਾ ਰਾਤ ਨੂੰ ਪਰਲੇ ਪਾਸੇ ਕੋਈ ਗੱਡੀ ਵਗੈਰਾ ਆਈ ਹੋਊਗੀ, ਜਿਹਦੇ ਕਰਕੇ ਉਹ ਇੱਧਰ ਨੂੰ ਆਇਆ। ਕਿੰਨੇ ਵਜੇ ਦੀ ਗੱਲ ਆ? ਤੁਸੀਂ ਇਹ ਸਰ ਨਹੀਂ, ਰਾਤੀ ਮੈਂ ਜਦੋਂ ਹਾਦਸਾ ਹੋਇਆ ਉਸ ਤੋਂ ਬਾਅਦ ਮੈਂ ਆਇਆ ਸੀਗਾ। ਆਪਾਂ ਉਸਲੇ ਜਿਹੜੇ ਹੈਗੇ ਆ ਦੁਕਾਨਦਾਰ, ਠੀਕ ਹੈ, ਉਸ ਵੇਲੇ 10 ਵਜੇ ਕਿਸੇ ਦੇ ਜਾਨ ਮਾਲ ਦਾ ਨੁਕਸਾਨ ਤਾਂ ਨਹੀਂ ਹੋਇਆ? ਕੋਈ ਨੁਕਸਾਨ ਨਹੀਂ ਹੋਇਆ। ਚਲੋ ਸ਼ੁਕਰ ਹੈ। ਸਰ ਮੈਂ ਬੇਨਤੀ ਕਰ ਸਕਦਾ ਜੀ, ਤੁਸੀਂ ਜਾਨ ਮਾਲ ਦੀ ਗੱਲ ਕਰੇ, ਉੱਤੇ ਪਰਿਵਾਰ ਰਹਿੰਦਾ ਜੀ, ਉਹ ਕਹਿੰਦੇ ਅਸੀਂ ਕੰਧ ਟੱਪ ਕੇ ਆਏ ਆ ਔਰ ਕਰੰਟ ਆ ਗਿਆ ਸੀ ਘਰ ਵਿੱਚ, ਸਾਡਾ ਜ਼ਰੂਰ ਨੁਕਸਾਨ ਹੋ ਜਾਣਾ ਸੀ। ਔਰ ਉਹਨਾਂ ਦਾ ਸੀਵਰੇਜ ਵੀ ਜਿਹੜਾ ਉਹ ਕਹਿੰਦੇ 4 ਵਾਰੀ ਪਵਾ ਚੁੱਕੇ ਆ, 5ਵੀਂ ਵਾਰ ਹੁਣ ਸਾਡੇ 'ਚ ਹਿੰਮਤ ਹੈ ਨਹੀਂ। ਇੱਦਾਂ ਦੇਖੋ ਸੂਰੀ ਸਾਹਿਬ, ਜਿਹੜਾ ਵੀ ਇਨਸੀਡੈਂਟ ਹੋਇਆ ਮਾੜਾ ਹੋਇਆ, ਗਲਤ ਹੋਇਆ, ਠੀਕ ਆ। ਆਪਾਂ ਸਾਰੇ ਵੀ ਇੱਥੇ ਆਏ ਆ, ਸ਼ਹਿਰ ਦੀ ਕੋਈ ਵੀ ਪ੍ਰੋਬਲਮ ਆ, ਉਸ ਇਕੱਲੇ ਸ਼ਹਿਰ ਦੀ ਨਹੀਂ, ਸਾਡੀ ਵੀ ਆ, ਉਹਨੂੰ ਐਡਰੈਸ ਕਰਨ ਹੀ ਆਏ ਆ। ਕੁਛ ਦਿਨ ਪਹਿਲਾਂ ਵੀ ਮੈਂ ਜਦ ਦੀ ਰੇਲਵੇ ਰੋਡ ਬਣਨੀ ਸ਼ੁਰੂ ਹੋਈ ਆ, ਮੇਰਾ 3-4 ਗੇੜਾ, ਠੀਕ ਹੈ ਜੀ। ਅਨਫੋਰਚੂਨੇਟਲੀ ਕੰਮ ਵਿੱਚ ਡਿਲੇ ਜ਼ਰੂਰ ਹੋਇਆ, ਮੈਂ ਇਸ ਗੱਲ ਦੀ ਮਾਫੀ ਮੰਗਦਾ। ਕਿਉਂ ਡਿਲੇ ਹੋਇਆ ਮੈਂ ਹੁਣ ਇਸ ਗੱਲ 'ਚ ਜੇ ਪਊਂਗਾ ਤਾਂ ਉਹਦੇ ਵਿੱਚ ਉਹ ਫਿਰ ਮੇਰੇ ਪਾਰਟ 'ਤੇ ਗੱਲ ਠੀਕ ਨਹੀਂ ਰਹੂਗੀ। ਹੱਲ ਕਰਨਾ ਚਾਹੁੰਦੇ ਹੋ? ਮੈਂ ਹੱਲ ਕਰਨ ਲਈ ਆਇਆ। ਮੈਨੂੰ ਸਵੇਰ ਦੇ ਫੋਨ ਆ ਰਹੇ ਸੀਗੇ, ਮੈਂ ਹੁਣੇ ਆਪਣੇ ਆਫਿਸ ਤੋਂ ਉੱਠ ਕੇ ਹੁਣੇ ਸਿੱਧਾ ਇੱਥੇ ਆਇਆ, ਨਾਲ ਮੇਰੇ ਨਾਲ ਜੇਈ ਸਾਹਿਬ। ਸਰ ਜ਼ਰੂਰ ਦੱਸ ਦਿਓ, ਸਾਰੇ ਪੁੱਛ ਰਹੇ ਨੇ MLA ਸਾਹਿਬ ਲੇਟ ਹੋ ਗਏ, ਲੇਟ ਹੋਣ ਦਾ ਕਾਰਨ ਕੀ ਹੈ ਜੀ? ਲੇਟ ਕਿੱਦਾਂ ਹੋਏ ਜੀ? ਮਤਲਬ 12 ਦੇ ਕਰੀਬ ਜਿਹੜਾ ਸਮਾਂ ਹੋ ਗਿਆ, ਔਰ ਹਾਦਸਾ ਕੱਲ ਰਾਤ ਦਾ ਹੋਇਆ ਜੀ। ਮੈਨੂੰ ਕਿੰਨੇ ਸੱਦੇ ਇੱਥੋਂ ਫੋਨ ਕਰਕੇ? ਮੈਂ ਆਪ ਆਇਆ, ਮੈਨੂੰ ਕਿਸੇ ਨੇ ਬੁਲਾਇਆ? ਅੱਛਾ ਦੱਸੋ ਕਿੰਨੇ ਬੁਲਾਇਆ ਮੈਨੂੰ? ਕਿਹੜੇ? ਪਰ ਫਿਰ ਤੁਸੀਂ ਵਕੀਲ ਹੋ, ਪਰਿਵਾਰ ਆ। ਮੇਰੀ ਬੇਨਤੀ ਆ, ਜਿਹੜਾ ਬੰਦਾ ਕਹਿੰਦਾ MLA ਸਾਹਿਬ ਲੇਟ ਹੋ ਗਏ, ਪਹਿਲਾਂ ਉਹਨੂੰ ਪੁੱਛੋ ਕਿ ਤੂੰ MLA ਸਾਹਿਬ ਨੂੰ ਫੋਨ ਕੀਤਾ? ਮੈਂ ਆਇਆ ਤਾਂ ਮੈਂ ਆਪ ਉੱਠ ਕੇ ਆਇਆ, ਮੈਨੂੰ ਤਾਂ ਕਿਸੇ ਨੇ ਬੁਲਾਇਆ ਹੀ ਨਹੀਂ। ਔਰ ਮੈਂ ਇਸ ਕਰਕੇ ਆਇਆ ਕਿਉਂਕਿ ਵੈਸੇ ਬੰਦਾ ਭੇਜਿਆ ਸੀ ਤੁਹਾਡੀ ਕੋਠੀ, ਕਹਿੰਦੇ ਉੱਥੇ ਬਹੁਤ ਲੋਕ ਬੈਠੇ ਨੇ ਆਪਣੇ। ਨਹੀਂ ਮੈਂ ਉਹ ਤਾਂ ਚਲੋ ਸਵੇਰੇ 200-300 ਬੰਦਾ ਤਾਂ ਐਵਰੇਜ ਆਂਦਾ ਹੀ ਹੈ ਨਾ ਕੋਠੀ, ਉਹ ਤਾਂ ਛੱਡ ਹੀ ਦਿਓ, ਚਲੋ ਮੇਰੀ ਰੂਟੀਨ ਆ, ਮੇਰੀ ਡਿਊਟੀ ਆ। ਗੱਲ ਇਹ ਆ ਕਿ ਇਹ ਜਿਹੜਾ ਕੰਮ ਹੈ ਸਾਰੇ ਸ਼ਹਿਰ ਦਾ ਵੀ ਨਹੀਂ, ਇਲਾਕੇ ਦਾ ਕੰਮ ਆ। ਅਨਫੋਰਚੂਨੇਟਲੀ ਇਸ ਕੰਮ 'ਚ ਡਿਲੇ ਹੋਇਆ, ਮੈਂ ਇਸ ਗੱਲ ਦੀ ਮਾਫੀ ਮੰਗਦਾ, ਠੀਕ ਹੈ। ਪਰ ਮੈਂ ਇਮਾਨਦਾਰੀ ਨਾਲ ਤੁਹਾਨੂੰ ਇੰਨਾ ਦੱਸ ਸਕਦਾ ਕਿ ਪਿਛਲੇ ਲਗਾਤਾਰ 2 ਹਫ਼ਤਿਆਂ ਤੋਂ ਡੇਲੀ ਮੈਂ ਜੇਈ ਨੂੰ ਫੋਨ ਮਾਰ ਰਿਹਾ, ਈਓ ਨੂੰ ਫੋਨ ਮਾਰ ਰਿਹਾ, ਠੇਕੇਦਾਰ ਨੂੰ ਫੋਨ ਮਾਰ ਰਿਹਾ, ਇੱਥੇ ਤੱਕ ਕਿ ਮੇਰਾ ਠੇਕੇਦਾਰ ਨੇ ਫੋਨ ਚੱਕਣਾ ਵੀ ਬੰਦ ਕਰਤਾ। ਮੈਂ ਝੂਠ ਨਹੀਂ ਮੈਂ ਬੋਲਦਾ। ਸਰ ਹੁਣ ਇਹਦਾ ਹੱਲ ਕੀ? ਮੈਂ ਦੱਸ ਰਿਹਾ, ਹੁਣ ਅੱਜ ਆਇਆ, ਇਹ ਵੀ ਮੇਰੇ ਅੱਜ ਮੱਥੇ ਲੱਗੇ, ਪਤਾ ਨਹੀਂ ਕਿੱਥੇ ਖੜੇ ਆ। ਸਰ ਫਿਰ ਇਹਨਾਂ ਦੀ ਜ਼ਿੰਮੇਵਾਰੀ ਤਾਂ ਨਹੀਂ ਹੋਈ ਸਰ? ਫਿਰ ਮੇਰੀ ਬੇਨਤੀ ਸੁਣ ਲਓ ਜੀ। ਮੈਂ ਹੁਣ ਗੱਲ ਕੀ ਆ, ਹੁਣ ਠੇਕੇਦਾਰ ਵੀ ਸਾਡਾ ਸ਼ਹਿਰ ਦਾ, ਅਨਫੋਰਚੂਨੇਟਲੀ ਇਹਨਾਂ ਨੂੰ ਹੁਣ 10 ਦਿਨ ਪਹਿਲਾਂ ਕਰੋਨਾ ਹੋ ਗਈ,
ਜੇ ਇਹਨਾਂ ਨੇ ਮੈਨੂੰ ਦੱਸਤਾ ਕਿ ਇਹਨਾਂ ਨੂੰ ਕਰੋਨਾ ਹੋਈ, ਅੱਗੇ ਉਹ ਬੰਦਾ ਕੁਝ ਕਹਿਣ ਜੋਗਾ ਵੀ ਨਹੀਂ ਹੁੰਦਾ। ਅਗਲੇ ਕਹਿੰਦੇ ਮੇਰੇ ਫਾਦਰ ਸਾਹਿਬ ਨੂੰ ਕਰੋਨਾ ਹੋ ਗਈ, ਉਹਨੂੰ ਉਹ ਹਸਪੀਟਲਾਈਜ਼ ਆ ਜਾਂ ਉਹਨਾਂ ਦੀ ਸਿਹਤ ਖਰਾਬ ਆ, ਤੇ ਤੁਸੀਂ ਸਾਡੇ ਨਾਲ ਸੜਕਾਂ ਦੀ ਗੱਲਾਂ ਕਰਦੇ ਹੋ। ਸੋ ਚਲੋ ਮੈਂ ਉਹਨਾਂ ਨੂੰ ਇਹ ਦੱਸਿਆ, ਮੈਂ ਕਿ ਇਸ ਗੱਲ ਨੂੰ ਮੈਂ ਤਾਂ ਸਮਝ ਲੂੰਗਾ, ਪਰ ਸ਼ਹਿਰ ਨੂੰ, ਉਹ ਲੋਕਾਂ ਨੂੰ ਸਮਝਾਉਣਾ ਇਹ ਕੰਮ ਬੜਾ ਔਖਾ। ਲੋਕਾਂ ਨੇ ਇਹ ਨਹੀਂ ਦੇਖਣਾ ਕਿ ਐਮਐਲਏ ਨੂੰ ਕਰੋਨਾ ਹੋਈ ਹੈ ਜਾਂ ਠੇਕੇਦਾਰ ਨੂੰ ਕਰੋਨਾ ਹੋਈ ਹੈ। ਸ਼ਹਿਰ ਨੇ ਤਾਂ ਇਹ ਦੇਖਣਾ ਕਿ ਸੜਕ ਬਣੀ ਹੈ ਨਹੀਂ ਬਣੀ। ਠੀਕ ਆ, ਸੋ ਚਲੋ ਇਹ ਲੋਕਾਂ ਦਾ ਇਸ਼ੂ ਨਹੀਂ ਹੈ, ਸਾਡਾ ਇਸ਼ੂ ਹੈ ਐਡਮਿਨਿਸਟ੍ਰੇਸ਼ਨ ਦੇ ਪਾਰਟ ਤੇ। ਆਪਾਂ ਉਹਨੂੰ ਐਡਰੈਸ ਕਰਨ ਲਈ ਇੱਥੇ ਆਏ ਆ, ਕਿਉਂਕਿ ਸਾਡੀ ਜ਼ਿੰਮੇਵਾਰੀ ਬਣਦੀ ਆ। ਅੱਜ ਸਾਨੂੰ ਇਸ ਗੱਲ ਦੀ ਵੀ ਟੈਨਸ਼ਨ ਹੈ ਕਿ ਅਗਲੇ ਇੱਕ ਹਫ਼ਤੇ ਦੇ ਵਿੱਚ ਸੀਜ਼ਨ ਸ਼ੁਰੂ ਹੋ ਜਾਣਾ। ਇਹ ਸੜਕ ਦੀ ਆਵਾਜਾਈ ਬਹੁਤ ਜ਼ਿਆਦਾ, ਕਿਸਾਨਾਂ ਨੂੰ ਬੜੀ ਇਹਦੇ ਵਿੱਚ ਸਮੱਸਿਆ ਹੋਣੀ ਆ। ਸੋ ਆਪਾਂ ਚਾਹੁੰਦੇ ਕਿ ਉਸ ਤੋਂ ਪਹਿਲਾਂ ਇਹ ਇਸ਼ੂ ਐਡਰੈਸ ਹੋਵੇ। ਬਾਕੀ ਜੇ ਇਸ ਇਸ਼ੂ ਤੇ ਕਿਸੇ ਨੇ ਆਈ ਅੰਡਰਸਟੈਂਡ ਕਿ ਦੇਖੋ ਦੁਕਾਨਦਾਰਾਂ ਨੂੰ ਪ੍ਰੋਬਲਮ ਹੈਗੀ ਆ, ਆਪਾਂ ਬੈਠ ਕੇ ਗੱਲ ਕਰਨ ਆਇਆ, ਦਲੀਲ ਨਾਲ ਗੱਲ ਕਰਨ ਆਇਆ, ਪਰ ਜੇ ਕਿਸੇ ਨੇ ਇਹਨੂੰ ਪੋਲੀਟੀਕਲ ਰੰਗਤ ਦੇਣੀ ਹੈ, ਉਹਨਾਂ ਦੀ ਸੋਚ, ਉਹਨਾਂ ਦੀ ਮਰਜ਼ੀ। ਸਾਡੇ ਕੋਲ ਇੱਥੇ ਪੋਲੀਟਿਕਸ ਮੈਂ ਇੱਕ ਦੋ ਚਾਰ ਪੁਆਇੰਟ ਰੱਖਣਾ ਚਾਹੁੰਦਾ, ਕਿਉਂਕਿ ਪਿੱਛੇ ਜਿਹੜਾ ਧਰਨਾ ਦੇ ਕੇ ਬੈਠੇ ਆ ਉਹ ਕਹਿੰਦੇ ਅਸੀਂ ਦੁਆਰਤੀ ਦਾ ਚੈੱਕ ਕਰਾਉਣਾ, ਸਾਨੂੰ ਲੱਗਦਾ ਮਟੀਰੀਅਲ ਗਲਤ ਹੈ। ਹਾਲ ਦੀ ਘੜੀ ਤਾਂ ਸੜਕ ਬਣ ਰਹੀ ਹੈ, ਖੁਦਾ ਨਾ ਖਾਸਤਾ ਬਣਨ ਤੋਂ ਬਾਅਦ ਇੱਦਾਂ ਦੇ ਹਾਦਸੇ ਵਾਪਰੇ, ਕਰਫਿਊ ਵੀ ਨਾ ਹੋਇਆ ਤਾਂ ਜਾਨ-ਮਾਲ ਦਾ ਨੁਕਸਾਨ ਹੋ ਸਕਦਾ। ਇਹ ਉਹਨਾਂ ਦਾ ਰਾਈਟ ਬਣਦਾ ਜੀ, ਉਹ ਜਿਹੜੀ ਮੰਗ ਕਰ ਰਹੇ ਆ ਉਹ ਬਿਲਕੁਲ ਕਰ ਸਕਦੇ ਆ, ਔਰ ਜੇ ਉਹ ਚੈੱਕ ਕਰਾਉਣਾ ਚਾਹੁੰਦੇ ਹੋ ਬਿਲਕੁਲ ਕਰਾ ਸਕਦੇ। ਦੇਖੋ ਮੈਂ ਤਾਂ ਇੰਜੀਨੀਅਰ ਹੈਗਾ ਨਹੀਂ ਬਾਈ ਪ੍ਰੋਫੈਸ਼ਨ, ਮੈਨੂੰ ਪਤਾ ਨਹੀਂ ਉਹਨਾਂ 'ਚੋਂ ਜੇ ਕੋਈ ਟੈਕਨੀਕਲ ਬੰਦਾ ਬੈਠਿਆ ਹੋਵੇ ਗੱਲ ਵੱਖਰੀ ਆ, ਪਰ ਜੇ ਕੋਈ ਬੰਦਾ ਕੋਈ ਚੈੱਕ ਕਰਾਉਣਾ ਚਾਹੁੰਦਾ ਮੋਸਟ ਵੈਲਕਮ, ਪੂਰੀ ਸਪੋਰਟ ਕਰਾਂਗੇ। ਇੱਕ ਹੋਰ ਬੇਨਤੀ ਜੀ, ਜਿਹੜਾ ਦੁਕਾਨਦਾਰ ਦਾ ਘਰ ਹੈ ਉਹ ਕਹਿੰਦੇ ਹੈਂਡ ਟੂ ਮਾਊਥ ਹੀ ਹੈ, ਕਿਰਾਇਆ ਵੀ ਨਹੀਂ ਦੇਉਂਦਾ, ਬੜੀ ਮੁਸ਼ਕਿਲ ਨਾਲ ਘਰ ਪਰਿਵਾਰ ਚੱਲਦਾ। ਕਦੋਂ ਇਹਨਾਂ ਦੀ ਦੁਕਾਨ ਬਣੇਗੀ ਔਰ ਕਦੋਂ ਇਹਨਾਂ ਦਾ ਘਰ ਦਾ ਜਿਹੜਾ ਗੁਜ਼ਾਰਾ ਜਿਹੜਾ ਹੋ ਸਕੇਗਾ, ਉਹਦੇ ਲਈ ਕੀ ਕਰੋਗੇ? ਨਹੀਂ, ਇਸ ਦੁਕਾਨ ਦਾ ਇਹ ਟਰੱਕ ਇਹਦੇ 'ਚ ਵੱਜਿਆ ਜੀ? ਹਾਂਜੀ, ਟਰੱਕ ਦੇ ਉੱਤੇ ਹੀ ਉਲਟਾ ਪਿਆ ਸੀ। ਧੱਕ ਵੱਜ ਗਈ ਉਹਨੂੰ। ਅੱਛਾ, ਉਹ ਟਰੱਕ ਪਲਟ ਕੇ ਦੇ ਉੱਪਰ ਡਿੱਗਿਆ? ਹਾਂ ਅੱਛਾ ਜੀ, ਠੀਕ ਆ। ਉਹ ਬਜ਼ੁਰਗ ਨੇ ਜੀ, ਉਹਨਾਂ ਦਾ ਚਿਹਰਾ ਦੇਖੋਗੇ ਤਾਂ ਬਹੁਤ ਮਾਯੂਸ ਹੈ, ਅੱਖਾਂ 'ਚ ਹੰਝੂ ਆ ਰਹੇ ਨੇ। ਬਜ਼ੁਰਗ ਨੂੰ ਬੁਲਾ, ਆਜੋ ਸਰ, ਚੱਲਦੇ ਚੱਲਦੇ ਗੱਲ ਸ਼ੁਰੂ ਕਰ ਲੈਂਦੇ। ਆਜੋ ਬਜ਼ੁਰਗ ਨੇ, ਅਗਰ ਉਹਨਾਂ ਦਾ ਚਿਹਰਾ ਦੇਖੋਗੇ ਤਾਂ ਤੁਸੀਂ ਵੀ ਮਹਿਸੂਸ ਕਰੋਗੇ ਬਹੁਤ ਜ਼ਿਆਦਾ ਉਦਾਸੀ ਹੈ ਚਿਹਰੇ ਤੇ, ਘਬਰਾਹਟ ਬਹੁਤ ਹੈ ਜੀ। ਹਾਂ, ਉਹਦੇ ਤੇ ਜਿਹੜੇ ਉੱਪਰ ਰਹਿੰਦੇ ਨੇ ਉਹ ਵੀ ਕਹਿੰਦੇ ਨੇ ਅਸੀਂ ਕੰਧ ਟੱਪ ਕੇ ਆਏ ਆ ਜੀ। ਕੋਈ ਗੱਲ ਨਹੀਂ ਜੀ, ਜੋ ਵੀ ਇਹਦਾ ਡੈਮੇजेस ਹੈਗੇ ਆ ਇਹਨੂੰ ਆਪਾਂ ਜ਼ਰੂਰ ਆਜੋ ਸਰ, ਠੀਕ ਕਰਕੇ ਪਹਿਲ ਦੇ ਆਧਾਰ ਤੇ ਕਰਾਵਾਂਗੇ। ਠੀਕ, ਚਲੋ ਤੁਸੀਂ ਸੁਣ ਵੀ ਲਿਆ ਕਿ ਕਹਿੰਦੇ ਪਹਿਲ ਦੇ ਆਧਾਰ ਤੇ ਕਰਾਵਾਂਗੇ। ਇਹ ਚੰਗੀ ਗੱਲ ਹੈ ਕਿ ਇੱਥੇ ਪਹੁੰਚੇ ਨੇ, ਜਿਵੇਂ ਦੱਸਦੇ ਨੇ ਕਿ 200 ਵਿਅਕਤੀ ਘਰ ਪਹੁੰਚੇ ਸੀ, ਪਰ ਜਿਵੇਂ ਵੀ ਸਰ ਉਹ ਨੇ ਜੀ ਜਿਹੜੇ ਬਜ਼ੁਰਗ ਨੇ। ਸਰ ਆਜੋ ਤੁਸੀਂ ਇੱਕ ਮਿੰਟ। ਕੀ ਹਾਲ ਹੈ ਜੀ? ਆਜੋ ਬਾਪੂ ਸਰੀਨ ਸਾਹਿਬ, ਮਿਹਰਬਾਨੀ। ਸਰ, ਇਹ ਨੇ ਜੀ ਬਜ਼ੁਰਗ, ਇਹ ਬਜ਼ੁਰਗ ਨੇ। ਤੁਹਾਡੀ ਦੁਕਾਨ ਹੈ ਜੀ? ਕਿਸ ਚੀਜ਼ ਦੀ ਦੁਕਾਨ ਆ ਤੁਹਾਡੀ? ਸਾਰੀ ਟੈਟੇਰੀ ਵਿੱਚ ਵੀ ਦੇ ਅੱਛਾ ਬਾਪੂ ਜੀ ਬੈਠੋ, ਤੁਸੀਂ ਬੈਠੋ ਬਹਿ ਕੇ ਕਰ ਲੈਂਦੇ। ਜੀ, ਬਾਪੂ ਜੀ ਨੂੰ ਵੀ ਜਗ੍ਹਾ ਦੇ ਦਿਓ। ਨਹੀਂ ਮੈਨੂੰ ਠੀਕ ਹੈ, ਮੈਂ ਦੇਖ ਤੁਹਾਡੀ ਕਿਸ ਚੀਜ਼ ਦੀ ਦੁਕਾਨ ਹੈ? ਮੇਰੀ ਤਾਲੇ ਦੀ ਦੁਕਾਨ ਤਾਲਿਆ ਔਰ ਹੈਂਡ ਟੂਲ ਦੀ। ਅੱਛਾ ਜੀ, ਉਹੀ ਦੁਕਾਨ ਆ। ਇਹ ਫਿਰ ਰਾਤੀ ਕਿੰਨੇ ਵਜੇ ਹੋਇਆ ਐਕਸੀਡੈਂਟ? ਇਹ ਰਾਤੀ ਮੈਨੂੰ 10:30 ਵਜੇ ਫੋਨ ਕੀਤਾ ਜੀ ਘਰ। ਤੇ ਤੁਸੀਂ ਉੱਪਰ ਹੀ ਸੀਗੇ? ਨਹੀਂ ਨਹੀਂ ਵਾਦੀ ਹੈ। ਅੱਛਾ, ਨਹੀਂ ਵਾਦੀ ਤੇ ਮੈਨੂੰ ਫੋਨ ਗਿਆ। ਅੱਛਾ। ਫੋਨ ਗਿਆ ਅੱਛਾ ਕਿ ਤੁਹਾਡੀ ਦੁਕਾਨ ਟਿੱਪਰ ਉਲਟ ਗਿਆ, ਢੇਰੀ ਹੋ ਗਈ ਆ। ਅੱਛਾ ਜੀ, ਤੇ ਮੈਂ 10:30 ਵਜੇ ਆਇਆ, ਦੇਖਿਆ। ਚਲੋ ਮਾੜਾ ਕੰਮ ਹੋਇਆ ਜੀ ਜਿਹੜਾ ਵੀ ਹੋਇਆ, ਪਰ ਉਹ ਤੁਹਾਡੀ ਦੁਕਾਨ ਦੇ ਮੋਰੇ ਮੇਰੇ ਖਿਆਲ ਥੋੜੇ ਦਿਨ ਪਹਿਲਾਂ ਸੀਵਰੇਜ ਦੀ ਬਲੋਕੇਜ ਸੀਗੀ, ਮੇਰੇ ਖਿਆਲ ਪਾਈਪਾਂ ਪਾਈਆਂ ਸੀਗੀਆਂ 10 ਦਿਨ ਉਹ ਤਾਂ ਪਹਿਲਾਂ। ਸਰ ਪਾਈਆਂ, ਹਾਂਜੀ, ਉਹਨਾਂ ਮੇਰੇ ਤੋਂ ਥੋੜਾ ਉਹਦਾ ਜੁਰਮਾਨਾ ਹੋਣਾ ਚਾਹੀਦਾ ਹੈ। ਤੁਹਾਨੂੰ ਨਹੀਂ ਹੈ, ਪਰ ਉਹ ਪਾਈਪਾਂ ਪਾਈਆਂ, ਮਿੱਟੀ ਪੋਲੀ ਸੀਗੀ, ਅੰਡਰ ਕੰਸਟਰਕਸ਼ਨ ਆ, ਹੈਵੀ ਵਹੀਕਲ ਇੱਥੋਂ ਲੰਘਣੇ ਨਹੀਂ ਚਾਹੀਦੇ ਆ। ਇਹ ਵੀ ਸਾਡੇ ਪਾਰਟ ਤੇ, ਪ੍ਰਸ਼ਾਸਨ ਦੇ ਪਾਰਟ ਤੇ ਕਿਤੇ ਨਾ ਕਿਤੇ ਕਮੀ ਆ ਕਿ ਜਦ ਅੰਡਰ ਕੰਸਟਰਕਸ਼ਨ ਕੋਈ ਕੰਮ ਚੱਲ ਰਿਹਾ ਉੱਥੇ ਹੈਵੀ ਵਹੀਕਲ ਦੀ ਜਿਹੜੀ ਮੂਵਮੈਂਟ ਆ ਉਹ ਨਹੀਂ ਹੋਣੀ ਚਾਹੀਦੀ। ਤਾਂ ਪਰ ਜਦ ਰਾਤ ਨੂੰ ਹੈਵੀ ਵਹੀਕਲ ਇੱਥੋਂ ਲੰਘ ਕੇ ਜਾਂਦਾ, ਔਰ ਹਫ਼ਤੇ ਬਾਅਦ ਤਾਂ ਲੰਘਣਾ ਹੀ ਹੈ। ਜੇ ਮੰਡੀ ਸਾਰਿਆਂ ਨੇ, ਹੁਣ ਕਿਸਾਨਾਂ ਨੇ ਤਾਂ ਮੰਡੀ ਜਾਣਾ ਹੀ ਜਾਣਾ, ਹੈਵੀ ਵਹੀਕਲ ਦੀ ਤਾਂ ਮੂਵਮੈਂਟ ਹੋਣੀ ਆ। ਬਟ ਜਿਹੜਾ ਵੀ ਹੋਇਆ ਗਲਤ ਹੋਇਆ, ਆਪਾਂ ਬੈਠ ਕੇ ਉਹਨੇ ਗੱਲ ਕਰਾਂਗੇ। ਮੈਨੂੰ ਦੇਖੋ ਮੇਰੀ ਗੱਲ ਸੁਣੋ, ਇਹਦੇ ਨਾਲ ਤਾਂ ਦੁਕਾਨਦਾਰਾਂ ਨਾਲ ਕੋਈ ਨਹੀਂ ਹੈ ਨਾ ਜੀ, ਟਿੱਪਰ ਲੱਗਦੇ ਨਾ ਰੇਤਾ ਦੇ ਔਰ ਵੱਡੇ ਟਿੱਪਰ, ਉਹਦਾ ਕਰਕੇ ਆ। ਦੇਖੋ ਆਪ ਜਿਹੜੀ ਆ ਆਪਣਾ ਟਰਾਲੀ ਆ ਜਾਂ ਕੋਈ ਹੋਰ ਆ ਵਾਹੀਕਲ, ਉਹਦੇ ਨਾਲ ਨਹੀਂ ਦੱਬਣਾ। ਇਹ ਟਿੱਪਰ ਨਾਲ ਹੋਇਆ, ਇਸ ਪ੍ਰਸ਼ਾਸਨ ਦੀ ਗਲਤੀ ਆ ਔਰ ਇਹ ਮੰਨਣੀ ਪਊਗੀ ਆਪਾਂ। ਪਰ ਇਹ ਵੀ ਕਹਿੰਦੇ ਨੇ ਕਿ ਓਵਰਲੋਡ ਟਿੱਪਰ ਹੁੰਦੇ ਆ। ਕਿਹੜਾ ਟਰੱਕ ਨਹੀਂ ਹੁੰਦਾ ਓਵਰਲੋਡ? ਇਹ ਜਨਤਾ ਕਹਿ ਰਹੀ ਕਿਹੜਾ ਨਹੀਂ ਹੁੰਦਾ? ਸੁਣ ਲਓ ਤੁਸੀਂ, ਇੱਥੇ ਝੋਨੇ ਦਾ ਵੀ, ਕਣਕ ਦਾ ਵੀ ਸੀਜ਼ਨ ਚੱਲਣਾ, ਉਹ ਵੀ ਓਵਰਲੋਡ ਚੱਲਣੇ। ਕਿਹੜਾ ਨਹੀਂ ਹੁੰਦਾ? ਸਾਰੇ ਤਾਂ ਓਵਰਲੋਡ ਚੱਲਦੇ ਆ ਜੀ। ਜਿੰਨੇ ਅਨਫੋਰਚੂਨੇਟਲੀ ਜਿੰਨੇ ਵੀ ਤੁਹਾਡੇ ਟਰੱਕ ਟਿੱਪਰ ਚੱਲਦੇ ਆ, ਸਾਰੇ ਹੀ ਓਵਰਲੋਡ ਚੱਲਦੇ ਆ। ਇਹ ਰਿਸਪੈਕਟਿਵ ਉਹਦੇ ਚ ਬਜਰੀ ਹੋਵੇ, ਰੇਤਾ ਹੋਵੇ, ਕਣਕ ਹੋਵੇ, ਝੋਨਾ ਹੋਵੇ, ਉਹਦਾ ਭਾਰ ਜ਼ਿਆਦਾ ਹੁੰਦਾ। ਪਰ ਸਰ ਫਿਰ ਪ੍ਰੋਪਰ ਲੋਡ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? 9 ਵਜੇ ਤੱਕ ਕਰਫਿਊ ਲੱਗਾ ਹੈ ਨਾ ਜੀ। ਨਹੀਂ, ਇਟ ਇਜ਼, ਮੈਂ ਦੇਖੋ ਲੈਪਸ ਹੋਇਆ ਤਾਂ ਮੈਂ ਇੱਥੇ ਪਹੁੰਚਿਆ। ਤੁਹਾਡੇ ਚੋਂ ਮੈਨੂੰ ਕਿਸੇ ਨੇ ਸੱਦਿਆ ਜੀ? ਤੁਸੀਂ ਇੰਨੇ ਜਿੰਨੇ ਲੋਕ ਬੈਠੇ ਹੋ, ਤੁਹਾਡਾ ਗਰਾਊਸ ਹੈ। ਲੰਗਰ ਸਾਹਿਬ ਜ਼ਿਆਦਾ ਗਿਲਾ ਕਰ ਰਹੇ ਸੀ ਕਿ ਆਏ ਨੇ। ਇੱਕ ਸਰ ਮੇਰੀ ਬੇਨਤੀ ਹੈ, ਤਾਂ
ਮੈਂ ਤਾਂ ਤੁਹਾਡੀ ਵੀਡੀਓ ਦੇਖ ਲਈ, ਮੈਂ ਕਿਹਾ ਉੱਥੇ ਦੁਖੀ ਬੈਠੇ ਆ ਤੇ ਦੁੱਖ ਵੰਡਾਣ ਨਾਲ ਘਟਦਾ। ਮੈਂ ਕਿਹਾ ਮੈਂ ਦੁੱਖ ਪਹਿਲਾਂ ਤੁਹਾਡਾ ਘਟਾਵਾਂ, ਨਾਲ ਆਪਣਾ ਵੀ ਘਟਾਵਾਂ। ਗੱਲ ਐਮਐਲਏ ਸਾਹਿਬ, ਪਤਾ ਤੁਸੀਂ ਸਾਡੇ ਪ੍ਰਤੀਨਿਧੀ ਹੋ। ਹਾਂਜੀ, ਜੇ ਸਾਨੂੰ ਕੋਈ ਤਕਲੀਫ ਹੁੰਦੀ ਆ ਤਾਂ ਉਹਦਾ ਨਿਵਾਰਨ ਤੁਸੀਂ ਕਰਨਾ ਹੈ। ਇੱਥੇ ਪਾਰਟੀ ਦਾ ਕੋਈ ਰੌਲਾ ਨਹੀਂ, ਤੁਸੀਂ ਸਾਡੇ ਵੀ ਐਮਐਲਏ ਹੋ। ਠੀਕ ਹੈ ਜੀ, ਸਾਰਿਆਂ ਦੇ ਸ਼ਹਿਰ ਦੇ ਐਮਐਲਏ ਹੋ। ਤਾਂ ਹੀ ਤਾਂ ਤੁਹਾਡੇ ਬਿਨਾਂ ਸੱਦੇ ਤੇ ਆਇਆ। ਨਹੀਂ, ਫਿਰ ਇਹ ਨਾ ਕਹੋ ਵੀ ਸੱਦਿਆ ਨਹੀਂ ਨਾ ਸੱਦਿਆ ਨਹੀਂ, ਸੱਦਿਆ ਨਹੀਂ। ਇਹ ਨਾ ਕਹੋ ਵੀ ਅਸੀਂ ਸੱਦਿਆ। ਚਲੋ ਕੋਈ ਗੱਲ ਨਹੀਂ, ਬੈਠੋ। ਅਸੀਂ ਤੁਹਾਨੂੰ ਸੱਦਿਆ। ਜਿਨ੍ਹਾਂ ਦੀ ਤਕਲੀਫ ਹੈ ਉਹਨਾਂ ਨੂੰ ਗੱਲ ਕਰ ਇਹਨਾਂ ਨੂੰ ਗੱਲ ਕਰਨਾ। ਮੈਂ ਕਹਿੰਦਾ ਬਾਪੂ ਜੀ ਨੂੰ ਵੀ ਕੁਰਸੀ ਦਿਓ ਜੀ, ਬਾਪੂ ਜੀ ਨੂੰ ਵੀ ਕੁਰਸੀ ਦੇ ਦਿਓ। ਕੁਰਸੀ ਤੇ ਸਾਰੇ ਬੈਠੇ ਆ ਆਪਾਂ 5 ਮਿੰਟ ਥੋੜਾ ਖੁੱਲ ਕੇ ਕਰਨੀ ਗੱਲ। ਥੋੜਾ ਖੁੱਲ ਜਾਓ, ਖੁੱਲ ਜਾਓ ਥੋੜਾ ਜਿਹਾ। ਦੇਖੋ ਬਾਪੂ ਜੀ ਨੂੰ ਕੁਰਸੀ ਦਿਓ ਜੀ, ਬਾਪੂ ਜੀ ਨੂੰ ਕੁਰਸੀ ਦੇ ਦਿਓ। ਬੇਨਤੀ ਹੈ ਸਾਰਿਆਂ ਨੂੰ, ਇੱਕ ਸੈਕਿੰਡ, ਮੇਰੀ ਥੋੜੀ ਜਿਹੀ ਬੇਨਤੀ ਹੈ ਕਿ ਕੋਵਿਡ ਦਾ ਮਾਹੌਲ ਆ, ਕੋਵਿਡ ਦਾ ਮਾਹੌਲ ਆ, ਥੋੜਾ ਜਿਹਾ ਖੁੱਲ ਜੀ ਆਪਾਂ, ਥੋੜਾ ਜਿਹਾ ਖੁੱਲ ਜੀ। ਪਤਾ ਕੀ ਆ, ਪਤਾ ਨਹੀਂ ਹੁੰਦਾ ਸਮੇਂ ਦਾ, ਜਿਹੜਾ ਮਾਹੌਲ ਚੱਲ ਰਿਹਾ ਉਹਦੇ ਚ ਰਹਿ ਕੇ ਵੀ ਥੋੜਾ ਜਿਹਾ ਖੁੱਲ ਜੀ ਆਪਾਂ, ਥੋੜਾ ਜਿਹਾ ਪਿੱਛੇ ਲੱਗਦਾ, ਥੋੜਾ ਜਿਹਾ। ਤੁਸੀਂ ਸੁਣ ਪਾ ਰਹੇ ਹੋ, ਕੋਵਿਡ ਕਰਕੇ ਡਿਸਟੈਂਸ ਬਣਾਉਣ ਨੂੰ ਕਹਿ ਰਹੇ ਨੇ। ਕੀ ਹੈ, ਇਹ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਥੋੜਾ ਜਿਹਾ ਕੋਵਿਡ ਦਾ ਵੀ ਰੱਖੀਏ। ਬਾਕੀ ਤਾਂ ਚਲੋ ਪ੍ਰਮਾਤਮਾ ਦੇ ਹੱਥ ਪਾਸਾ, ਪਰ ਜਿੰਨਾ ਬੰਦਾ ਕਰ ਸਕਦਾ ਕਰੋ ਜੀ। ਬੈਠ ਕੇ ਕਰੋ ਤੁਸੀਂ, ਕੋਈ ਗੱਲ ਨਹੀਂ, ਖੜੇ ਆ, ਮੈਂ ਖੜ ਜਾਂਦਾ, ਤੁਸੀਂ ਕੋਈ ਗੱਲ ਨਹੀਂ। ਇਹ ਦੁਕਾਨ ਮੇਰਾ ਰੁਜ਼ਗਾਰ ਆ। ਹਾਂਜੀ। ਔਰ ਜੇ ਹੁਣ ਇਹ ਬੰਦ ਹੋ ਗਈ ਹੈ, ਢਹਿ ਗਈ ਆ, ਕਿਰਾਏ ਦੀ ਦੁਕਾਨ ਆ, ਔਰ ਮੇਰਾ ਰੋਟੀ ਦਾ ਸਾਧਨ ਕੋਈ ਨਹੀਂ ਹੈਗਾ। ਠੀਕ ਹੈ ਜੀ। ਇਹ ਤੁਸੀਂ ਜਾਂ ਪ੍ਰਸ਼ਾਸਨ ਜਾਂ ਜਿਸ ਨੇ ਟਰੱਕ ਨੇ ਨੁਕਸਾਨ ਕੀਤਾ ਜਾਂ ਠੇਕੇਦਾਰ ਨੇ, ਸਭ ਪਾਵਰ ਤੁਹਾਡੇ ਕੋਲ ਹੈ। ਤੁਸੀਂ ਤੇ ਮੇਰਾ ਜਾਣੀ ਕਿ ਮੇਰੀ ਦੁਕਾਨ ਬਣਾ ਕੇ ਦੇਣੀ ਹੈ, ਦੇ ਦਿਓ ਮੈਨੂੰ। ਤੁਸੀਂ ਮੇਰੀ ਤੁਹਾਨੂੰ ਇਹੀ ਬੇਨਤੀ ਆ, ਜੋ ਕੰਮ ਹੋਇਆ ਮਾੜਾ ਹੋਇਆ, ਗਲਤ ਹੋਇਆ। ਇੱਥੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ, ਆਪਣੇ ਐਸਐਚਓ ਸਾਹਿਬ ਇੱਥੇ ਹੋਣੇ। ਡਿਪਟੀ ਸਾਹਿਬ ਮੇਰੀ ਬੇਨਤੀ ਆ ਕਿ ਇਹ ਅੰਕਲ ਜੀ ਆ ਜਿਨ੍ਹਾਂ ਦੀ ਦੁਕਾਨ 'ਚ ਕੱਲ ਰਾਤੀ ਟਿੱਪਰ ਵੱਜਿਆ। ਗਰੀਬ ਪਰਿਵਾਰ ਆ, ਬਹੁਤ ਲੰਬੇ ਸਮੇਂ ਤੋਂ ਇੱਥੇ ਦੁਕਾਨ ਕਰਦਾ। ਜਿੱਥੇ ਸਾਡੀ ਪ੍ਰਸ਼ਾਸਨ ਦੀ ਕਮੀ ਰਹੀ ਆ ਕਿ ਆਪਾਂ ਰਾਤ ਨੂੰ ਇੱਥੋਂ ਹੈਵੀ ਵਹੀਕਲ ਦੀ ਮੂਵਮੈਂਟ ਨੂੰ ਰੋਕਣ 'ਚ ਥੋੜਾ ਕਿਤੇ ਨਾ ਕਿਤੇ ਨਾਕਾਮਯਾਬ ਰਹੇ ਆ। ਉੱਥੇ ਕਿਤੇ ਨਾ ਕਿਤੇ ਟਿੱਪਰ ਦੀ ਵੀ ਗਲਤੀ ਰਹੀ ਆ ਕਿ ਉਹ ਓਵਰਲੋਡਡ ਸੀ ਜਾਂ ਸਾਈਡ ਤੇ ਚੱਲ ਸੀ। ਖੈਰ ਸਾਰੇ ਹੀ ਓਵਰਲੋਡਡ ਚੱਲਦੇ, ਉਹਦੇ ਇਕੱਲੇ ਦਾ ਕਸੂਰ ਨਹੀਂ ਹੈ। ਪਰ ਮੇਰੀ ਬੇਨਤੀ ਹੈ ਕਿ ਆਪਾਂ ਜਿੱਦਾਂ ਵੀ ਹੋ ਸਕਦਾ ਬੈਠ ਕੇ ਕੋਈ ਐਮਿਕੇਬਲੀ ਕੋਈ ਸੋਲੂਸ਼ਨ ਹੋ ਜਾਵੇ, ਜਿਹਦੇ ਨਾਲ ਇਹਨਾਂ ਦਾ ਵੀ ਮਸਲਾ ਹੱਲ ਹੋ ਜਾਵੇ ਤੇ ਕਿਸੇ ਹੋਰ ਦੂਜੇ ਬੰਦੇ ਦਾ ਨੁਕਸਾਨ ਵੀ ਨਾ ਹੋਵੇ। ਮੇਰੀ ਰਿਕੁਐਸਟ ਹੈ ਕੋਈ ਐਮਿਕੇਬਲੀ। ਬਾਕੀ ਆਪਣੇ ਜੇਈ ਸਾਹਿਬ ਜੋ ਕੁਝ ਆਪਣੇ ਪਾਵਰ 'ਚ ਕਮੇਟੀ ਦਾ ਜੋ ਲੀਗਲੀ ਆਪਾਂ ਕਰ ਸਕਦੇ ਆ, ਆਪਾਂ ਇਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰੀਏ ਉਹਦੇ ਵਾਸਤੇ, ਜੋ ਲੀਗਲੀ ਹੋ ਸਕਦਾ। ਠੀਕ ਹੈ ਜੀ, ਮੈਂ ਰੋਟੀ ਖਾਣ ਜੋਗਾ ਹੋ ਜਾਊਂਗਾ। ਜੋ ਲੀਗਲੀ ਹੋ ਸਕਦਾ ਆਪਾਂ ਤੁਹਾਡਾ ਸਭ ਕੁਝ ਕਰਾਂਗੇ। ਮਿਹਰਬਾਨੀ। ਆਪਾਂ ਹੁਣ ਜਿਸ ਕੰਮ ਲਈ ਲੱਗਣ ਸਾਹਿਬ, ਆਪਾਂ ਜਿਸ ਕੰਮ ਲਈ ਹੁਣ ਇਕੱਠੇ ਹੋਏ ਆ, ਜਿਹੜਾ ਮੇਨ ਕੰਮ ਆ, ਆਪਾਂ ਉਹ ਗੱਲ ਕਰੀਏ। ਆਪਾਂ ਬਾਕੀ ਹੋਰ ਕੋਈ ਗੱਲਾਂ ਚਲੋ ਕਹਿੰਦੇ ਕਰ ਦਿਆਂਗੇ, ਬਾਪੂ ਜੀ ਕਹਿੰਦੇ ਤੁਹਾਡਾ ਹੱਲ ਕਰ ਦਿਆਂਗੇ। ਇਹਨੂੰ ਛੱਡ ਦਿਓ ਜੀ। ਐਮਐਲਏ ਸਾਹਿਬ ਇੱਕ ਬੇਨਤੀ ਸਾਡੀ ਜ਼ਰੂਰੀਆਂ ਦੋ ਤਿੰਨ ਚੀਜ਼ਾਂ ਆ। ਅਸੀਂ ਬਾਜ਼ਾਰ ਵੱਲੋਂ ਤੁਹਾਡੇ ਕੋਲੋਂ ਇੱਕ ਰਿਕੁਐਸਟ ਕਰਨੀ ਆ, ਤਿੰਨ ਚਾਰ ਚੀਜ਼ਾਂ ਦੀ, ਉਹ ਸਾਡਾ ਹੱਲ ਕਰਾ ਦਿਓ। ਦੱਸੋ ਅੰਕਲ। ਅੱਗੇ ਆ ਜਾਓ ਤੁਸੀਂ। ਅੱਗੇ ਆਓ। ਜਿਹੜੀ ਸਾਡੇ ਲਈ ਜ਼ਰੂਰੀ ਆ ਜੀ, ਜਿਹਨਾਂ ਹੱਲ ਹੋ ਸਕਦਾ। ਦੱਸੋਗੇ। ਪਹਿਲਾਂ ਤੁਹਾਡਾ ਧੰਨਵਾਦ ਭਾਈ, ਤੁਸੀਂ ਸਾਡੇ ਬਾਜ਼ਾਰ ਦੇ ਕੰਮ ਦੇ ਵਿੱਚ ਅੱਗੇ ਆਏ ਆ, ਇਸ ਕਰਕੇ ਅਸੀਂ ਤੁਹਾਡਾ ਧੰਨਵਾਦ ਕਰਦੇ ਆ। ਸਾਡਾ ਜਿਹੜੀ ਵੱਡੀ ਮੇਨ ਡਿਮਾਂਡ ਆ ਕਿ ਜਿਹੜੀਆਂ ਦੁਕਾਨਾਂ ਗਿਰੀਆਂ ਨਾ, ਇਹਨਾਂ ਨੂੰ ਮੁੜ ਕੇ ਬਣਵਾਇਆ ਜਾਵੇ, ਕਿਉਂਕਿ ਇਹ ਕਿਰਾਏਦਾਰ ਆ, 5-5 10-10 ਰੁਪਏ ਮਹੀਨੇ ਵਾਲੇ। ਕਿਉਂਕਿ ਕੱਲ ਨੂੰ ਮਕਾਨ ਮਾਲਿਕ ਦੁਕਾਨ ਖਾਲੀ ਕਰਾ ਲਵੇ ਤਾਂ ਇਹ 10,000 ਮਹੀਨੇ ਦੀ ਦੁਕਾਨ ਆ। ਜਿਹੜਾ ਕਿਰਾਏਦਾਰ ਦਾ ਨੁਕਸਾਨ ਹੋਣਾ ਆ, ਇਹਦੀ ਭਰਪਾਈ ਕਿੱਦਾਂ ਹੋਊਗੀ? ਪਹਿਲੇ ਤਾਂ ਗੱਲ ਹੋ ਚੁੱਕੀ, ਆਪਾਂ ਸੜਕ ਵਾਲੇ ਪਾਸੇ ਆਈਏ ਜੀ। ਇਹ ਤਾਂ ਹੁਣ ਤੁਹਾਡੇ ਸਾਹਮਣੇ ਗੱਲ ਕਰਤੀ ਆਪਾਂ। ਮੈਂ ਦੋਵੇਂ ਪਾਸੇ ਲੈ ਕੇ ਆਣੀ ਆ। ਇੱਕ ਇਹਨਾਂ ਦੀ ਦੁਕਾਨ ਬਣਵਾਈ ਜਾਵੇ, ਦੂਜਾ ਇਹਨਾਂ ਦੇ ਅੰਦਰ ਜੋ ਮਾਲ ਦਾ ਨੁਕਸਾਨ ਹੋਇਆ ਉਹਦੀ ਭਰਪਾਈ ਕਰਵਾਈ ਜਾਵੇ। ਕੋਈ ਨਹੀਂ, ਐਸਐਚਓ ਸਾਹਿਬ, ਡੀਐਸਪੀ ਸਾਹਿਬ, ਤੁਸੀਂ ਇਹਨਾਂ ਦਾ ਜੋ ਵੀ ਹੈ ਪ੍ਰੋਪਰ ਵੈਰੀਫਾਈ ਕਰ ਲਓ ਕਿ ਇਹਨਾਂ ਦਾ ਸਹੀ ਡੈਮੇਜ ਕੀ ਹੋਇਆ। ਜੋ ਵੀ ਹੈ, ਜਿੱਥੇ ਠੇਕੇਦਾਰ ਦੀ ਗਲਤੀ ਹੈ, ਠੇਕੇਦਾਰ ਉਸ ਗੱਲ ਨੂੰ ਚੱਲੇ, ਕਿਉਂਕਿ ਇੱਥੇ ਕਮੀ ਰਹੀ ਆ। ਜਿੱਥੇ ਕੋਈ ਟਰੱਕ ਵਾਲੇ ਦੀ ਗਲਤੀ ਹੈ, ਟਰੱਕ ਚੱਲੇ। ਜਿੱਥੇ ਕੋਈ ਪ੍ਰਸ਼ਾਸਨ ਦੀ ਕਮੀ ਹੈ, ਪ੍ਰਸ਼ਾਸਨ ਚੱਲੇ, ਕਮੇਟੀ ਚੱਲੇ। ਮਤਲਬ ਮੇਰਾ ਕਹਿਣ ਦਾ ਮਤਲਬ ਹੈ ਕਿ ਗਲਤੀ ਦੇਖੋ ਜਾਂ ਪ੍ਰਸ਼ਾਸਨ ਦੀ ਹੋਣੀ ਆ, ਜਾਂ ਠੇਕੇਦਾਰ ਦੀ ਹੋਊਗੀ, ਜਾਂ ਟਰੱਕ ਵਾਲੇ ਦੀ ਹੋਊਗੀ। ਤਿੰਨਾਂ ਦੀ ਹੋਣੀ ਹੈ, ਹੋਰ ਤਾਂ ਕਿਸੇ ਦੀ ਨਹੀਂ ਹੋਣੀ। ਜਿਹਦੀ ਹੈ ਉਸ ਹਿਸਾਬ ਨਾਲ ਸਾਨੂੰ ਜੁਰਮਾਨਾ ਲੱਗੇ। ਆਪਾਂ ਗਰੀਬ ਬੰਦੇ ਦਾ ਨੁਕਸਾਨ ਨਹੀਂ ਹੋਣ ਦੇਣਾ। ਆਪਾਂ ਅਗਲੀ ਗੱਲ ਤੇ ਆਈਏ ਜੀ, ਅੱਗੇ ਆਈਏ। ਜਦ ਤੱਕ ਸੜਕ ਬਣ ਨਹੀਂ ਜਾਂਦੀ,
ਇੱਥੇ ਹੈਵੀ ਲੋਡ ਗੱਡੀਆਂ ਜਿਹੜੀਆਂ ਨਾ ਉਹ ਨਹਿਰੂ ਰੋਡ ਤੋਂ ਟ੍ਰਾਂਸਫਰ ਰਾਹੋਲ ਨੂੰ ਕਰਤੀਆਂ ਜਾਣ ਜਾਂ ਉਧਰੋਂ ਹੋਰ ਜਾਂ ਤੁਸੀਂ ਬੇਗਮਪੁਰ ਤੋਂ ਕਰਿਆਮ ਨੂੰ ਰਸਤਾ ਬਣਾ ਲਓ, ਬਾਈਪਾਸ ਬਣ ਜਾਵੇ ਜਿਹੜਾ ਕਿ ਇਦਾਂ ਦੀ ਚੀਜ਼ਾਂ ਨੂੰ ਨਿਕਲ ਜਾਵੇ। ਵੈਸੇ ਤਾਂ ਅੰਕਲ ਬਾਈਪਾਸ ਬਣਾਇਆ ਸੀ, ਅਨਫੋਰਚੂਨੇਟਲੀ ਗਵਰਨਮੈਂਟ ਆਫ ਇੰਡੀਆ ਦੇ ਜਿਹੜੇ ਰੇਲਵੇ ਮਿਨਿਸਟਰੀ ਨੂੰ ਮੈਂ 4 ਚਿੱਠੀਆਂ ਲਿਖ ਚੁੱਕਿਆ ਕਿ ਜਿਹੜੀ ਆਪਾਂ ਇਹ ਸੜਕ ਬਣਾਈ ਆ ਤੁਹਾਡੀ ਆਪਣੇ ਸੂਏ ਦੇ ਨਾਲ ਜਿਹੜੀ ਉਹਨੇ 18 ਫੁੱਟ ਚੌੜੀ ਕੀਤੀ ਆ, ਸਿਰਫ ਇੱਕ ਰੇਲਵੇ ਮਿਨਿਸਟਰੀ ਨੇ ਸਾਨੂੰ ਉੱਥੇ ਫਾਟਕ ਦੇਣ ਦੀ ਇਜਾਜ਼ਤ ਨਹੀਂ ਦਿੱਤੀ। ਜਿਹੜੀ ਸੈਂਟਰ ਦੀ ਸਰਕਾਰ ਆ ਪੰਜਾਬ ਨਾਲ ਧੱਕਾ ਕਰਦੀ ਆ, ਕੋਈ ਐਮਪੀ ਵੀ ਪਾਰਲੀਮੈਂਟ 'ਚ ਵੀ ਮੁੱਦਾ ਚੱਕਦਾ ਤਾਂ ਚਿੱਠੀਆਂ ਦੇ ਜਵਾਬ, ਮਨੀਸ਼ ਤਿਵਾੜੀ ਦੇ ਚਿੱਠੀਆਂ ਦੇ ਜਵਾਬ ਨਹੀਂ ਦਿੱਤੇ, ਉਹ ਵੀ ਸਾਬਕਾ ਕੇਂਦਰੀ ਮੰਤਰੀ। ਚਲੋ ਮੈਂ ਇਸ ਗੱਲ ਤੇ ਕੋਈ ਸਿਆਸਤ ਨਹੀਂ ਕਰਨਾ ਚਾਹੁੰਦਾ, ਪਰ ਗੱਲ ਹੈ ਕਿ ਜਿਹੜੀ ਸੜਕ ਬਣਾਉਣ ਦਾ ਕੰਮ ਸੀ ਪੰਜਾਬ ਸਰਕਾਰ ਦਾ, ਪੰਜਾਬ ਸਰਕਾਰ ਨੇ ਸੜਕ ਬਣਾਤੀ। ਹੁਣ ਇੱਕ ਫਾਟਕ ਦੀ ਪਰਮਿਸ਼ਨ ਨਹੀਂ ਸਾਨੂੰ ਸੈਂਟਰ ਦੀ ਸਰਕਾਰ ਦੇ ਸਕਦੀ। ਆਪਾਂ ਇੱਕ ਫਾਟਕ 'ਚ ਕੋਈ ਇਨਵੈਸਟਮੈਂਟ ਨਹੀਂ, 2 ਲੱਖ ਰੁਪਏ ਦਾ ਖਰਚਾ ਨਹੀਂ ਆ, 2 ਖੰਭੇ ਹੀ ਲੱਗਣੇ ਆ, ਪਰ ਸਾਨੂੰ ਖੰਭੇ ਲਾਉਣ ਦੀ ਪਰਮਿਸ਼ਨ ਨਹੀਂ ਦਿੱਤੀ ਜਾਂਦੀ। ਅੱਜ ਜੇ ਉੱਥੇ ਫਾਟਕ ਲੱਗੇ ਤੁਹਾਡਾ ਰੇਲਵੇ ਰੋਡ ਦਾ ਸਾਰਾ ਟ੍ਰੈਫਿਕ ਮੁੱਕ ਜਾਵੇ, ਸਾਰਾ ਟ੍ਰੈਫਿਕ ਬਾਹਰੋਂ ਬਾਹਰ ਨਿਕਲੂਗਾ, ਨਹੀਂ ਨਿਕਲੂਗਾ ਦੱਸੋ। ਮੇਰੀ ਬੇਨਤੀ ਵਰਿੰਦਰ ਅੰਕਲ, ਦੇਖੋ ਗੱਲ ਇਹ ਆ, ਆਪਾਂ ਠੀਕ ਹੈ ਦੇਖੋ ਸ਼ਹਿਰਦਾਰੀ, ਆਪਾਂ ਕੋਈ ਪੋਲੀਟੀਕਲ ਗੱਲ ਨਹੀਂ ਕਰਨਾ ਚਾਹੁੰਦੇ, ਪਰ ਆਪਾਂ ਘੱਟੋ ਘੱਟ ਇਸ ਗੱਲ ਨੂੰ ਤਾਂ ਦੇਖੀਏ ਕਿ ਕਿਹੜਾ ਬੰਦਾ ਕਿੱਥੇ ਫਾਲਟ ਤੇ ਹੈ ਜਾਂ ਕਿੱਥੇ ਕੋਈ ਕਮੀ ਹੈ। ਜਦ ਤੱਕ ਆਪਾਂ ਇੱਕ ਡਾਇਗਨੋਜ਼ ਨਹੀਂ ਬਣਾਵਾਂਗੇ ਬਿਮਾਰੀ ਦਾ ਤਾਂ ਉਹਦਾ ਇਲਾਜ ਕਿਵੇਂ ਹੋਊਗਾ। ਡਾਇਗਨੋਜ਼ ਇਹ ਆ, ਬਿਮਾਰੀ ਇਹ ਹੈ ਕਿ ਅੱਜ ਰੇਲਵੇ ਰੋਡ ਤੇ ਟ੍ਰੈਫਿਕ ਦਾ ਕੋਈ ਹਾਲ ਨਹੀਂ ਆ। ਇਹ ਤਾਂ ਚਲੋ ਅੱਜ ਸੜਕ ਬਣ ਰਹੀ ਹੈ ਤਾਂ ਹਾਲ ਜ਼ਿਆਦਾ ਮਾੜਾ, ਪਰ ਜੇ ਬਣੀ ਵੀ ਹੋਵੇ ਤਾਂ ਵੀ ਕੋਈ ਹਾਲ ਨਹੀਂ। ਰੇਲਵੇ ਰੋਡ ਤੇ ਥੋੜੇ ਕਿਤੇ ਕੋਈ ਗੱਡੀ ਖੜੀ ਨਹੀਂ ਕਰ ਸਕਦਾ ਜੋ ਹਾਲਾਤ ਆ। ਮਸਲਾ ਸੜਕ ਬਣਨ ਨਾਲ ਜਾਂ ਨਾ ਬਣਨ ਨਾਲ ਪੂਰਾ ਮਸਲਾ ਹੱਲ ਨਹੀਂ ਹੁੰਦਾ। ਮਸਲਾ ਹੱਲ ਹੁੰਦਾ ਜਦ ਰੇਲਵੇ ਰੋਡ ਦਾ ਟ੍ਰੈਫਿਕ ਰੇਲਵੇ ਰੋਡ ਤੋਂ ਬਾਹਰੋਂ ਬਾਹਰ ਕੋਈ ਨਿਕਲੇ। ਅੱਛਾ, ਉਹਨੂੰ ਕਰਨ ਵਾਸਤੇ ਜੋ ਕੰਮ ਕਰਨਾ ਸੀਗਾ, ਸੂਬੇ ਦੀ ਸਰਕਾਰ ਨੇ ਸੜਕ ਚੌੜੀ ਕਰਨੀ ਸੀ, ਬਾਈਪਾਸ ਬਣਾਉਣਾ ਸੀਗਾ, 6 ਕਿਲੋਮੀਟਰ ਦਾ ਨਵਾਂ ਟੋਟਾ ਬਣਾਤਾ ਡ੍ਰੀਮਲੈਂਡ ਤੋਂ, ਸੜਕ ਬਣ ਗਈ, ਸਾਰਾ ਸ਼ਹਿਰ ਉੱਥੇ ਸੈਰ ਕਰਨ ਵੀ ਜਾਂਦਾ, ਸਾਈਕਲ ਚਲਾਉਣ ਵੀ ਜਾਂਦਾ। ਹੁਣ ਇੱਕ ਅੜਿੱਕਾ ਜਿਹੜਾ ਰੇਲਵੇ ਲਾਈਨ ਦਾ, ਚਲੋ ਆਪਾਂ ਪਿਛਲੇ 3-4 ਮਹੀਨੇ ਤੋਂ ਮਿਹਨਤ ਕਰਦੇ ਰਹੇ ਆ ਕਿ ਉੱਥੇ ਫਾਟਕ ਲੱਗ ਜਾਵੇ। ਦਿੱਲੀ ਮੈਂ ਵੀ 1-2 ਵਾਰੀ ਜਾ ਕੇ ਆਇਆ, ਤਿਵਾੜੀ ਸਾਹਿਬ ਨੇ ਵੀ 2-3 ਚਿੱਠੀ ਪਿਊਸ਼ ਗੋਇਲ ਨੂੰ ਲਿਖੇ ਆ। ਅਨਫੋਰਚੂਨੇਟਲੀ ਉਹਨਾਂ ਦਾ ਇਸ ਛੋਟੇ ਜਿਹੇ ਮੁੱਦੇ ਵੱਲ ਧਿਆਨ ਨਹੀਂ ਗਿਆ, ਪਰ ਸਾਡੇ ਲਈ ਬਹੁਤ ਬੜਾ ਮੁੱਦਾ, ਸ਼ਹਿਰ ਵਾਸਤੇ ਬਹੁਤ ਬੜਾ ਮੁੱਦਾ। ਆਪਾਂ ਹੁਣ ਦੁਬਾਰਾ ਮੈਂ ਦਿੱਲੀ 2-4 ਦਿਨ 'ਚ ਜਾਊਂਗਾ ਅਗਲੇ ਹਫਤੇ। ਕੋਸ਼ਿਸ਼ ਹੋਊਗੀ ਕਿ ਪਿਊਸ਼ ਗੋਇਲ ਜੀ ਤੋਂ ਟਾਈਮ ਲੈ ਕੇ ਜੇ ਸਾਨੂੰ ਉਹ ਦਿੰਦੇ ਆ, ਇਹਨੂੰ ਆਪਾਂ ਛੇਤੀ ਐਡਰੈਸ ਕਰਾਈਏ, ਤਾਂ ਕਿ ਹੁਣ ਤਾਂ ਚਲੋ ਕਣਕਾਂ ਦਾ ਸੀਜ਼ਨ ਨਿਕਲ ਜਾਣਾ, ਕਿ ਆਉਣ ਵਾਲੇ ਝੋਨੇ ਦੇ ਸੀਜ਼ਨ 'ਚ ਰੇਲਵੇ ਰੋਡ 'ਚੋਂ ਕੋਈ ਹੈਵੀ ਵਹੀਕਲ ਨਾ ਲੰਘ ਕੇ ਜਾਵੇ। ਸੋ ਜੋ ਤੁਹਾਡਾ ਸੜਕ ਦਾ ਮਸਲਾ, ਜਿਹੜਾ ਟ੍ਰੈਫਿਕ ਦਾ ਇਸ਼ੂ ਆ, ਆਪਾਂ ਆਲਰੇਡੀ ਸਾਡੇ ਧਿਆਨ 'ਚ, ਆਪਾਂ ਇਹਦੇ ਵੱਲ ਅੱਧਾ ਕੰਮ ਕਰ ਲਿਆ, ਅੱਧਾ ਕੰਮ ਜਿਹੜਾ ਰਹਿੰਦਾ ਉਹਨੂੰ ਵੀ ਆਪਾਂ ਪੂਰਾ ਕਰਾਉਣ ਦੀ ਕੋਸ਼ਿਸ਼ ਕਰਾਂਗੇ ਸੈਂਟਰ ਦੇ ਰੇਲਵੇ ਮਿਨਿਸਟਰ ਦੀ ਸਹਿਯੋਗ ਨਾਲ। ਅਗਲਾ ਜਿਹੜਾ ਹੈ ਜੀ, ਇਹ ਸੜਕ ਦੀ ਟਾਈਮ ਲਿਮਿਟ ਨਹੀਂ ਹੈ ਵੀ ਕਿੰਨੀ ਦੇਰ 'ਚ ਬਣੇਗੀ। ਔਰ ਇਹਦੇ ਵਿੱਚ ਕੀ ਆ, ਦੇਖੋ 1.5 ਮਹੀਨਾ ਹੋ ਗਿਆ ਸਾਨੂੰ ਸਾਰੇ ਦੁਕਾਨਦਾਰਾਂ ਨੂੰ ਸਫਰ ਕਰਦੇ ਆ। ਹਜੇ ਤਾਂ ਭੋਜਨ ਭੰਡਾਰ ਚੌਂਕ ਤੋਂ ਲੱਗੇ ਇੱਥੇ ਤੱਕ ਆ ਜਿਹੜਾ ਬਾਈਪਾਸ ਬਾਇਆ ਪੰਡੋਰਾ ਨਿਕਲ ਰਿਹਾ। ਕੱਲ ਨੂੰ ਭੋਜਨ ਭੰਡਾਰ ਤੋਂ ਲੱਗ ਕੇ ਨਹਿਰੂ ਗੇਟ ਤੱਕ ਹੋਊਗਾ ਤਾਂ ਕੋਈ ਰਸਤਾ ਨਹੀਂ ਹੈ ਕਿਸੇ ਨੂੰ ਵੀ ਜਾਣ ਲਈ। ਇਸ ਕਰਕੇ ਇਹਨੂੰ ਜਿੰਨੀ ਜਲਦੀ ਹੋ ਸਕਦਾ, ਚਾਹੇ ਨਾਈਟ ਟਾਈਮ 'ਚ। ਤੁਹਾਨੂੰ ਸੱਚੀ ਗੱਲ ਦੱਸਾਂ, ਮੈਂ ਸਵੇਰੇ ਜਦ ਉੱਠਿਆ, ਬਸ ਜਦੋਂ ਆਫਿਸ ਸੀਗਾ, ਮੈਂ ਦੇਖ ਲਿਆ ਕਿ ਤੁਸੀਂ ਸਾਰੇ ਅੱਜ ਇਕੱਠੇ ਹੋ। ਮੈਂ ਤੁਹਾਨੂੰ ਦੇਖ ਲਿਆ ਜੀ, ਤੁਹਾਨੂੰ ਦੇਖ ਕੇ ਮੈਂ ਸੱਚੀ ਦੱਸਾਂ ਮੈਂ ਤੁਹਾਨੂੰ ਮਿਲਣ ਆਇਆ, ਕਿਉਂਕਿ ਤੁਹਾਨੂੰ ਕੋਲ ਮੈਂ ਸਿਫਾਰਿਸ਼ ਲੈ ਕੇ ਆਇਆ ਕਿ ਤੁਹਾਡੀ ਰਿਸ਼ਤੇਦਾਰਾਂ ਕੋਲ ਇਹਦਾ ਠੇਕਾ, ਮੇਰੀ ਸਿਫਾਰਿਸ਼ ਕਰਕੇ ਇਹਨੂੰ ਛੇਤੀ ਬਣਾ ਦਿਓ। ਮੇਰਾ ਮਸਲਾ ਸਰ ਇਹ ਗੱਲ ਤੁਸੀਂ ਦੱਸੀ ਨਹੀਂ, ਇਹ ਗੱਲ ਤੁਸੀਂ ਪਹਿਲਾਂ ਨਹੀਂ ਦੱਸੀ ਸਰ। ਸਲੀਮ ਸਾਹਿਬ ਤੁਹਾਡੀ ਹੈ, ਚਲੋ ਭਾਈਚਾਰਾ ਹੁਣ ਬੇਨਤੀ ਇਹ ਹੈ, ਚਲੋ ਸ਼ਹਿਰਦਾਰੀ ਹੈ, ਪ੍ਰਸ਼ਾਸਨ ਨੇ ਕਰਨਾ ਗੱਲ ਇਦਾਂ ਨਹੀਂ। ਮੈਂ ਪ੍ਰਸ਼ਾਸਨ ਵਾਲੀ ਗੱਲ ਤੇ ਦੇਖੋ, ਪ੍ਰਸ਼ਾਸਨ ਨੇ ਟੈਂਡਰ ਕਰਤਾ, ਟੈਂਡਰ ਕੋਈ ਵੀ ਪਾ ਸਕਦਾ। ਟੈਂਡਰ ਸਰੀਨ ਸਾਹਿਬ ਨੇ ਚੱਕ ਲਿਆ। ਪਹਿਲਾਂ ਜੇ ਸੜਕ ਬਣਾਉਣ ਲੱਗੇ ਤਾਂ ਦੀਵਾਲੀ ਆ ਗਈ, ਦੀਵਾਲੀ ਮੁੱਕੀ ਤਾਂ ਸੀਜ਼ਨ ਚੱਲ ਪਿਆ, ਠੀਕ ਹੈ ਜੀ। ਉਸ ਤੋਂ ਬਾਅਦ ਸਰਦੀਆਂ ਆ ਗਈ, ਲੋਕਾਂ ਵਾਲੇ ਪਲਾਂਟ ਹੋ ਗਏ ਬੰਦ। ਇੱਦਾਂ ਹੀ ਹੋਈ ਆ। ਨਗਰ ਕੌਂਸਲ ਦੀ ਇਲੈਕਸ਼ਨ ਆਈ, ਮੈਂ ਸੜਕ ਨਹੀਂ ਪਟਾਈ। ਕਮੇਟੀ ਦੀ ਇਲੈਕਸ਼ਨ ਤੋਂ ਬਾਅਦ ਹੀ ਸੜਕ ਪੱਟ ਹੋਈ ਆ। ਹਾਲੇ ਕਿ ਮੈਨੂੰ ਬੜੇ ਬੰਦਿਆਂ ਨੇ ਸਲਾਹ ਦਿੱਤੀ ਕਿ ਤੁਸੀਂ ਵੋਟਾਂ ਤੋਂ ਪਹਿਲਾਂ ਪੱਟ ਦਿਓ, ਲੋਕਾਂ ਨੂੰ ਹੋ ਜਾਊਗਾ ਕਿ ਜੀ ਸੜਕ ਦਾ ਕੰਮ ਚੱਲ ਪਿਆ ਤੇ ਚਲੋ ਸ਼ਾਇਦ ਕੋਈ ਅਸਰ ਪੈ ਜਾਵੇ। ਮੈਂ ਕਿਹਾ ਆਪਾਂ ਇਹ ਕੰਮ ਨਹੀਂ ਕਰਨਾ, ਆਪਾਂ ਤਦ ਪੱਟਣੀ ਜਦ ਆਪਾਂ ਇਹਨੂੰ ਪਹਿਲ ਦੇ ਆਧਾਰ ਤੇ ਬਣਾ ਸਕੀਏ। ਇਹ ਜੇਈ ਸਾਹਿਬ ਖੜੇ ਆ, ਠੇਕੇਦਾਰ ਸਾਹਿਬ ਕਿੱਥੇ ਆ? ਜੇਈ ਸਾਹਿਬ ਆ ਖੜੇ। ਮੇਰੀ ਭਾਜੀ ਮੈਨੂੰ ਕੰਪਲੀਟ ਕਰ ਲੈਣ ਦਿਓ। ਮੈਂ ਇਹਨਾਂ ਨੂੰ 1 ਮਾਰਚ ਨੂੰ
ਆਪਣੇ ਕੋਲ ਬੁਲਾ ਕੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਸੜਕ ਤਾਂ ਪੱਟਿਓ ਜੇ ਤੁਸੀਂ ਉਹਨੂੰ ਟਾਈਮ ਸਿਰ ਕੰਪਲੀਟ ਕਰ ਸਕਦੇ। ਮੈਂ ਕਹਿ ਹੀ ਸਕਦਾ ਨਾ, ਮੈਂ ਕਹਿ ਹੀ ਸਕਦਾ। ਬਿਲਕੁਲ ਜੀ, ਬਿਲਕੁਲ। ਮੈਂ ਇਹਨਾਂ ਨੂੰ ਕਿਹਾ, ਸਾਹਮਣੇ ਖੜੇ ਆ। ਮੈਨੂੰ ਇਹ ਕਮਿਟਮੈਂਟ ਦਿੱਤੀ ਗਈ ਜਿਹੜੀ ਕਿ ਮੈਂ ਤੁਹਾਨੂੰ ਅੱਗੇ ਦੇ ਦਿੱਤੀ ਕਿ 15 ਮਾਰਚ ਤੱਕ 16 ਮਾਰਚ ਤੱਕ ਜਿਹੜਾ ਭੋਜਨ ਭੰਡਾਰ ਤੱਕ ਇਹ ਕੰਪਲੀਟ ਕੀਤੀ ਜਾਊਗੀ। ਇਹੀ ਗੱਲ ਹੋਈ ਸੀ। ਮੈਂ ਆਪਾਂ ਐਵੇਂ ਆਪਾਂ ਦੇਖੋ, ਮੈਨੂੰ ਝੂਠ ਬੋਲਣ ਦੀ ਆਦਤ ਨਹੀਂ, ਨਾ ਮੈਂ ਝੂਠ ਬੋਲਦਾ। ਇਹਨਾਂ ਨੇ ਇਸ ਕਮਿਟਮੈਂਟ ਨੂੰ ਮੈਂ ਇਹਨਾਂ ਤੋਂ ਲੈ ਕੇ ਇਹਨਾਂ ਨੇ ਕੰਮ ਸ਼ੁਰੂ ਕਰਤਾ। ਅਨਫੋਰਚੂਨੇਟਲੀ ਇਹਨਾਂ ਨੂੰ ਤੇ ਇਹਨਾਂ ਦੇ ਪਿਤਾ ਜੀ ਨੂੰ ਕੋਵਿਡ ਹੋਇਆ। ਤੁਹਾਨੂੰ ਸ਼ਾਇਦ ਇਸ ਗੱਲ ਦਾ ਪਤਾ ਜਾਂ ਨਹੀਂ ਪਤਾ। ਇਹ ਆਕਸੀਜਨ ਸਪੋਰਟ ਤੇ ਸੀਗੇ ਇਹਨਾਂ ਦੇ ਫਾਦਰ ਸਾਹਿਬ। ਮੈਂ ਇਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਸੜਕ ਬਣਾ ਦਿਓ। ਕਹਿੰਦੇ ਜੀ ਫਾਦਰ ਸਾਹਿਬ ਜ਼ਿਆਦਾ ਢਿੱਲੇ ਆ, ਆਕਸੀਜਨ ਤੇ ਆ। ਮੈਂ ਕਿਹਾ ਚਲੋ ਤੁਸੀਂ ਕਿਹੜਾ ਆਪ ਬਣਾਣੀ ਹੁੰਦੀ ਹੈ, ਤੁਸੀਂ ਗਾ ਆਪਣੇ ਕਰਿੰਦਿਆਂ ਨੂੰ ਹੀ ਕਹਿਣਾ ਇਹਨੂੰ ਬਣਾਉਣ ਵਾਸਤੇ। ਮੈਂ ਕਿਹਾ ਤੁਸੀਂ, ਮੈਂ ਸਮਝ ਲੂੰਗਾ ਤੁਹਾਨੂੰ ਕੋਵਿਡ ਆ, ਲੋਕਾਂ ਨੇ ਨਹੀਂ ਇਸ ਗੱਲ ਨੂੰ ਸਮਝਣਾ ਤੁਹਾਨੂੰ ਕਰੋਨਾ ਨਹੀਂ ਹੈ। ਲੋਕਾਂ ਨੇ ਇਹ ਦੇਖਣਾ ਕਿ ਸਾਡੀ ਸੜਕ ਬਣਨੀ ਚਾਹੀਦੀ ਆ। ਮੈਂ ਕਿਹਾ ਤੁਹਾਡੀ ਤੇ ਮੇਰੀ ਪ੍ਰੋਬਲਮ ਆ, ਇਹ ਲੋਕਾਂ ਦੀ ਪ੍ਰੋਬਲਮ ਨਹੀਂ ਹੈ ਕਿ ਤੁਹਾਨੂੰ ਜਾਂ ਮੈਨੂੰ ਕਰੋਨਾ ਹੋਇਆ। ਮੈਂ ਇਹਨਾਂ ਨੂੰ ਪਿਛਲੇ 2 ਹਫ਼ਤਿਆਂ ਤੋਂ ਡੇਲੀ ਫੋਨ ਮਾਰ ਰਿਹਾ। ਅਨਫੋਰਚੂਨੇਟਲੀ ਮੈਨੂੰ ਨਹੀਂ ਪਤਾ ਕਿ ਠੇਕੇਦਾਰ ਦੀ ਕੀ ਮਜਬੂਰੀ ਬਣੀ, ਇਹਨਾਂ ਨੇ ਸੜਕ ਇਹ ਨਹੀਂ ਬਣਾ ਸਕੇ। ਤੁਸੀਂ ਆਪਣੀ ਪ੍ਰੋਬਲਮ ਦੱਸ ਰਹੇ, ਮੈਂ ਵੀ ਐਜ਼ ਐਮਐਲਏ, ਰੱਬ ਤਾਂ ਹੈਗਾ ਨਹੀਂ ਮੈਂ ਆਪਣੀ ਪ੍ਰੋਬਲਮ ਦੱਸਣ ਆਇਆ। ਠੀਕ ਹੈ, ਰੱਬ ਤਾਂ ਮੈਂ ਵੀ ਨਹੀਂ ਆ। ਠੀਕ ਹੈ ਜੀ। ਹਾਰ ਕੇ ਮੈਂ 2 ਦਿਨ ਪਹਿਲਾਂ ਇਹਨਾਂ ਨੂੰ WhatsApp ਮੈਸੇਜ ਭੇਜਿਆ ਮੇਰੇ ਮੋਬਾਈਲ ਤੇ। ਮੈਂ ਤੁਹਾਨੂੰ ਦਿਖਾਉਂਦਾ ਕਿ ਮੇਰਾ ਤੁਹਾਨੂੰ ਆਖਰੀ ਫੋਨ ਆ, ਜੇ ਬਣਾ ਸਕਦੇ ਹੋ ਤਾਂ ਠੀਕ ਹੈ, ਫਿਰ ਕੱਲ ਨੂੰ ਮੈਨੂੰ ਉਲਾਂਭਾ ਨਾ ਕੋਈ ਦਿਓ, ਕਿਉਂ ਸ਼ਹਿਰਦਾਰੀ ਇਹਨਾਂ ਨਾਲ ਵੀ ਹੈ। ਹੁਣ ਅੱਜ ਫੋਨ ਤਾਂ ਇਹਨਾਂ ਨੇ ਮੇਰਾ ਚੱਕਿਆ ਨਹੀਂ ਸੀ, ਹੁਣ ਇਹ ਅੱਜ ਮੌਕੇ ਤੇ ਜ਼ਰੂਰ ਆ ਗਏ। ਹੁਣ ਜਨਾਬ ਮੇਰੇ ਤੋਂ ਦੇਖੋ, ਮੇਰੇ ਤੋਂ ਤਾਂ ਜੁੱਤੀਆਂ ਖਾ ਨਹੀਂ ਹੁੰਦੀਆਂ। ਮੈਂ ਤੁਹਾਨੂੰ ਪੰਜਾਬੀ ਸਮਝਾਵਾਂ, ਮੇਰਾ ਇਹ ਸਾਰਾ ਪਰਿਵਾਰ ਖੜਿਆ। ਤੁਹਾਡੀ ਜਵਾਬਦੇਹੀ ਨਹੀਂ ਹੋਊਗੀ, ਮੇਰੀ ਜਵਾਬਦੇਹੀ ਇਹਨਾਂ ਪ੍ਰਤੀ ਹੈਗੀ ਆ। ਮੇਰੇ ਭਾਜੀ ਜਿਹੜੀ ਪ੍ਰੋਬਲਮ ਕੀ ਆ ਮੇਨ, ਉਸ ਚੀਜ਼ ਇਹਨਾਂ ਦੇ ਠੇਕੇਦਾਰ ਉਹਨਾਂ ਦੀ ਵੀ ਇਹ ਪ੍ਰੋਬਲਮ ਨਹੀਂ ਹੈਗੀ। ਜਿਹੜੀ ਪ੍ਰੋਬਲਮ ਹੋਈ ਆ ਉਸ ਚੀਜ਼ ਦੇ ਉੱਤੇ ਥੋੜੀ ਨੁਕਸਾਨ ਜਿਹੜਾ ਹੋਇਆ, ਉਹ ਕੀ ਹੋਇਆ, ਜਿਹੜਾ ਬੰਦੇ ਨੇ ਸੀਵਰੇਜ ਪਾਇਆ ਉਹਨੂੰ ਅਸੀਂ 10 ਵਾਰੀ ਕਿਹਾ ਵੀ ਇਹਨੂੰ ਪ੍ਰੋਪਰ ਸਹੀ ਕਰ। ਇਹਨਾਂ ਨੇ ਵੀ ਖੁਦ ਕਰਕੇ ਕਿਹਾ ਵੀ ਇਹਨੂੰ ਬਜਰੀ ਪਾ ਜਾਂ ਗਟਕਾ ਪਾ ਜਾਂ ਕੁਛ ਉੱਪਰ ਪਾ। ਉਹ ਮਿੱਟੀ ਛੱਟ ਕੇ ਉੱਪਰ ਦੇ ਕੰਮ ਹੋ ਗਿਆ। ਉਹ ਪ੍ਰੋਬਲਮ ਹੀ 3-4 ਵਾਰੀ ਦੀ ਪਟਾਈ ਹੋ ਚੁੱਕੀ ਹੈ। ਸਰ ਇੱਕ ਚੀਜ਼ ਮੈਂ ਐਡ ਕਰਨਾ ਚਾਹੁੰਦਾ, ਦੁਕਾਨਦਾਰ ਤਾਂ ਉਹ ਸੀਵਰੇਜ ਦੀ ਵਜ੍ਹਾ ਕਰਕੇ ਹੋਇਆ ਜੀ। ਇੱਕ ਮੇਰੀ ਰਿਕੁਐਸਟ ਆ, ਦੇਖੋ ਤੁਸੀਂ ਇਸ ਗੱਲ ਨੂੰ ਤਾਂ ਰਿਅਲਾਈਜ਼ ਕਰਦੇ ਹੋਵੋਗੇ ਕਿ ਰੇਲਵੇ ਰੋਡ ਪਿਛਲੇ 25 ਸਾਲਾਂ 'ਚ ਪਹਿਲੀ ਵਾਰੀ ਪੱਟ ਕੇ ਬਣ ਰਹੀ ਆ। ਬਿਲਕੁਲ। ਤੁਸੀਂ ਇਸ ਗੱਲ ਨੂੰ ਵੀ ਤੁਸੀਂ ਡਿਨਾਈ ਨਹੀਂ ਕਰ ਸਕਦੇ ਕਿ ਰੇਲਵੇ ਰੋਡ ਪੱਟਣ ਤੋਂ ਪਹਿਲਾਂ ਪਹਿਲੀ ਵਾਰੀ ਹੋਇਆ ਹੋਊਗਾ ਕਿ ਰੇਲਵੇ ਰੋਡ ਤੇ ਸਪੀਕਰ ਨਾਲ ਅਨਾਉਂਸਮੈਂਟ ਕੀਤੀ ਹੋਊਗੀ ਕਿ ਜਿੰਨੇ ਕੋਈ ਆਪਣੀ ਰੋਡ ਕਟਿੰਗ ਕਰਨੀ ਹੈ ਪਹਿਲਾਂ ਕਰ ਲਓ, ਬਾਅਦ 'ਚ ਨਹੀਂ ਆਗਿਆ ਦਿੱਤੀ ਜਾਊਗੀ। ਪਹਿਲੀ ਵਾਰੀ ਹੋਇਆ ਤਾਂ ਪਹਿਲਾਂ ਤਾਂ ਨਹੀਂ ਅਨਾਉਂਸਮੈਂਟ ਹੋਈ। ਬਹੁਤੇ ਲੋਕਾਂ ਨੇ ਜਿਹੜੀ ਰੋਡ ਕਟਿੰਗ ਜਾਂ ਰੋਡ ਕ੍ਰਾਸਿੰਗ ਕੀਤੀ ਹੈ, ਪਾਈਪਾਂ ਪਾਈਆਂ, ਉਹਨਾਂ ਨੇ ਆਪਣੇ ਪਰਸਨਲ ਲੈਵਲ ਤੇ ਕੀਤੀ ਹੈ ਕਿਉਂਕਿ ਉਹਨਾਂ ਦੇ ਪਰਸਨਲ ਕੰਮ ਸੀ। ਉਹ ਮਿਊਨਿਸਪੈਲਿਟੀ ਨੇ ਸਾਰੇ ਕੰਮ ਨਹੀਂ ਕੀਤੇ। ਹੁਣ ਜੇ ਕਿਸੇ ਬੰਦੇ ਨੇ ਪਾਈਪ ਉੱਚੀ ਰੱਖੀ ਜਾਂ ਉਹਨੂੰ ਪ੍ਰੋਪਰ ਉੱਪਰ ਉਹਨੂੰ ਕਵਰ ਪਾ ਕੇ ਉਹਨੂੰ ਪ੍ਰੋਪਰ ਉਹਨੂੰ ਬਜਰੀ ਗਟਕਾ ਨਹੀਂ ਪਾਇਆ ਤਾਂ ਕਿਤੇ ਨਾ ਕਿਤੇ ਜਿੱਥੇ ਪ੍ਰਸ਼ਾਸਨ ਉਹਦੀ ਬਾਤ ਦੱਸ ਰਹੇ, ਉਹ ਸਰ ਉਹ ਪ੍ਰਾਈਵੇਟ ਬੰਦੇ ਦਾ ਕੰਮ ਨਹੀਂ ਸੀਗਾ, ਉਹ ਸਰਕਾਰੀ ਸੀਗਾ ਪਾਈਪ। ਪ੍ਰਾਈਵੇਟ ਲੀਕੇਜ ਆ ਉੱਥੇ 3 ਦਿਨ ਤੋਂ ਅਸੀਂ ਕੋਲੋਂ ਪੈਸੇ ਖਰਚ ਕੇ ਕਰਾਈ। ਠੀਕ ਹੈ, ਟੂਟੀ ਦੀ ਗੱਲ ਕਰ ਰਹੇ ਹਾਂ। ਟੂਟੀ ਦੀ ਯਾਰ ਜਿਹੜੀ ਟੂਟੀ ਦੀ ਹੁਣ ਸੀਵਰੇਜ ਦੀ ਕਹਿ ਰਹੇ ਹਾਂ। ਉਹ ਪਾਣੀ ਉਹੀ ਲੀਕ ਕਰਦਾ। ਭਾਜੀ ਟੂਟੀ ਸਰਕਾਰੀ ਆ ਪ੍ਰਾਈਵੇਟ ਆ। ਅਸੀਂ ਉਹ ਕਿੱਥੇ ਗੱਡੀ ਤਸੀ ਹੈ, ਉਹ ਸੀਵਰੇਜ ਦੀ ਪ੍ਰੋਬਲਮ ਕਰਕੇ। ਚਲੋ ਬ੍ਰਦਰ, ਪਾਣੀ ਉਹਦਾ ਹੀ ਪੈਂਦਾ ਰਿਹਾ ਨਾ ਬਾਰ-ਬਾਰ। ਲੀਕੇਜ ਜਿਹੜੀ ਹੋਈ ਆ ਉੱਥੋਂ ਹੋ ਕੇ ਉਹਦੇ 'ਚ ਪਾਣੀ ਮਿਲ ਗਿਆ। ਬੇਨਤੀ ਆ ਵਪਾਰ ਮੰਡਲ ਅੱਗੇ ਵੀ ਬੇਨਤੀ ਆ, ਔਰ ਜਿਹੜੇ ਮੇਰੇ ਭਾਈ ਦੁਕਾਨਦਾਰ ਮੇਰੇ ਸਾਥ ਦੇ ਰਹੇ ਉਹਨਾਂ ਅੱਗੇ ਵੀ ਬੇਨਤੀ ਆ ਕਿ ਮੈਨੂੰ ਤੁਸੀਂ ਪ੍ਰਸ਼ਾਸਨ ਤੋਂ ਬਗੈਰ ਜਾਣ ਕੇ ਮੈਨੂੰ ਜੋ ਦੇਣਾ ਹੁਣ ਦਵਾ ਦਿਓ। ਮੈਂ ਹੁਣ ਅੱਜ ਤੋਂ ਚਾਲੂ ਕਰ ਲਵਾਂ ਕੰਮ। ਹਾਂਜੀ ਥੋੜਾ ਤੁਹਾਨੂੰ ਇਹ ਸਬਰ ਥੋੜਾ ਤਾਂ ਕਰਨਾ ਪੈਣਾ। ਦੇਖੋ ਮੇਰੀ ਰਿਕੁਐਸਟ ਆ, ਆਪਾਂ ਜਿਸ ਕੰਮ ਲਈ ਹੋਏ ਆ, ਦੇਖੋ ਮੈਂ ਆਪ ਇੱਥੋਂ ਦਿਨ 'ਚ ਜਿੰਨੇ ਦਿਨ ਮੈਂ ਨਵੇਂ ਸ਼ਹਿਰ ਹੁੰਦਾ, ਜੇ ਹਫ਼ਤੇ 'ਚ 3-4 ਦਿਨ ਮੈਂ ਨਵੇਂ ਸ਼ਹਿਰ ਆ ਤਾਂ ਮੈਂ ਡੇਲੀ ਇੱਥੋਂ 2 ਵਾਰੀ ਲੰਘ ਕੇ ਜਾਂਦਾ। ਠੀਕ ਹੈ ਜੀ ਸਰ, ਪਰ ਤੁਸੀਂ ਹਾਲਾਤਾਂ ਤੋਂ ਜਾਣੂ ਹੋ। ਦੁਕਾਨਦਾਰ ਕਹਿੰਦੇ ਘੰਟਾ 1-1 ਕਿਲੋ ਮਿੱਟੀ ਫੱਕਦੇ ਹਾਂ ਅਸੀਂ ਸਾਰਾ ਦਿਨ। ਬ੍ਰਦਰ ਮੈਂ ਵੀ ਮਿੱਟੀ 'ਚ ਹੀ ਰਹਿੰਦਾ, ਮੈਂ ਵੀ ਸਮਝਦਾ, ਮੈਂ ਇਸੇ ਕਰਕੇ ਆਇਆ। ਮੈਂ ਮਾਲਕ ਮਕਾਨ ਨਹੀਂ ਹੈ, ਕੱਲ ਨੂੰ ਮੇਰੇ ਤੇ ਕੋਈ ਮਾਲਕ ਨਹੀਂ ਮੈਨੂੰ ਦੁਕਾਨ ਬਣਾਉਣ ਦਿੰਦਾ। ਚਲੋ ਅੰਕਲ ਮੇਰੀ ਬੇਨਤੀ ਆ, ਆਪਾਂ ਦੇਖੋ ਤੁਹਾਡਾ ਦੁਕਾਨ ਦਾ ਮਸਲਾ ਬੜਾ ਅਨਫੋਰਚੂਨੇਟਲੀ ਐਕਸੀਡੈਂਟ ਕੋਈ ਜਾਣ ਕੇ ਨਹੀਂ ਕਰਦਾ, ਨਾ ਤੁਸੀਂ ਜਾਣ ਕੇ ਕੀਤਾ ਨਾ ਟਰੱਕ ਵਾਲੇ ਨੇ ਜਾਣ ਕੇ ਕੀਤਾ। ਤੁਹਾਡਾ ਨੁਕਸਾਨ ਹੋਇਆ, ਸਾਨੂੰ ਇਸ ਗੱਲ ਦੀ ਦੁੱਖ ਵੀ ਆ। ਜੋ ਸਾਡੇ ਹੱਥ ਬਸ ਹੋਊਗਾ ਆਪਾਂ ਕਰਾਂਗੇ। ਪਰ ਅੱਜ ਜਿਹੜਾ ਬੜਾ ਮਸਲਾ ਉਹ ਸੜਕ ਦਾ, ਜਿਹਦੇ 'ਚ ਸਾਰੇ ਦੁਕਾਨਦਾਰ ਬੈਠੇ, ਸਾਰੇ ਲੋਕ ਬੈਠੇ ਆ,
ਆਪਾਂ ਤੁਹਾਡੇ ਤੋਂ ਕਿਸੇ ਗੱਲ ਤੋਂ ਨੱਠੇ ਨਹੀਂ ਆ, ਗੱਲ ਹੋ ਚੁੱਕੀ ਆ। ਬਾਪੂ ਜੀ ਉਹ ਕਹਿ ਰਹੇ ਸਾਰੇ ਤੁਹਾਡੇ ਨਾਲ ਹੈ। ਆਪਾਂ ਸੜਕ ਦੀ ਗੱਲ ਹੋ ਲੰਦੋ। ਅੱਛਾ ਹੁਣ ਸੜਕ ਵੀ ਬਣ ਰਹੀ ਆ ਐਮਐਲਏ ਸਾਹਿਬ ਕਿਆ ਉਹ ਜੇ ਕੋਲੋਂ ਲਾ ਕੇ ਆਪਣਾ ਕੰਮ ਸ਼ੁਰੂ ਕਰ ਲੈਣ ਜੀ। ਨਹੀਂ ਹੋਣਾ ਭਾਜੀ ਉਹ ਸਟੇ ਲੈ ਲੂਗੇ, ਰੁਕ ਜਾਣਾ ਸਾਰਾ ਕੰਮ। ਇਹ ਤਾਂ ਸੋਮਵਾਰ ਨੂੰ ਹੋ ਹੀ ਜਾਣਾ, ਸਟੇ ਅੰਡਰਸਟੂਡ ਆ ਜੀ। ਐਮਐਲਏ ਸਾਹਿਬ ਜਾਂ ਆਪਣੇ ਸੁਣੋ ਮੇਰੀ ਗੱਲ, ਦੇਖੋ ਜਿਹੜੇ ਇਦਾਂ ਦੇ ਟੈਕਨੀਕਲ ਲੀਗਲ ਮਸਲੇ ਆ, ਇਹ ਪਹਿਲੀ ਗੱਲ ਤਾਂ ਨਾ ਤੁਹਾਨੂੰ ਇਦਾਂ ਇਹ ਮੀਡੀਆ 'ਚ ਕਰਨੇ ਚਾਹੀਦੇ, ਨਾ ਤੁਹਾਨੂੰ ਇਹਦੇ 'ਚ ਕੋਈ ਸਿਆਣਪ ਨਹੀਂ ਹੈ। ਤੁਸੀਂ ਜੋ ਗੱਲਾਂ ਕਰ ਰਹੇ ਹੋ ਇਹ ਠੀਕ ਨਹੀਂ ਕਰ ਰਹੇ। ਜੇ ਅਗਲੇ ਦੇ ਮਨ 'ਚ ਨਹੀਂ ਵੀ ਗੱਲ ਹੋਊਗੀ, ਤੁਸੀਂ ਉਹਨੂੰ ਆਪ ਆਈਡੀਆ ਦੇ ਰਹੇ ਹੋ। ਬਾਕੀ ਚਲੋ ਜਿਹੜੇ ਵੀ ਉਹ ਦੁਕਾਨ ਦੇ ਮਾਲਕ ਆ, ਮੇਰੀ ਉਹਨਾਂ ਨੂੰ ਬੇਨਤੀ ਆ ਕਿ ਆਪਾਂ ਸ਼ੇਅਰਦਾਰੀ ਆ, ਪਿਆਰ ਮੁਹੱਬਤ ਨਾਲ ਜੋ ਵੀ ਹੈ, ਕਿਸੇ ਗਰੀਬ ਬੰਦੇ ਦਾ ਨੁਕਸਾਨ ਨਾ ਹੋਵੇ। ਬਾਕੀ ਦੇਖੋ ਉਹ ਕਿਸੇ ਦੀ ਪ੍ਰਾਈਵੇਟ ਮਲਕੀਅਤ ਆ, ਉਹਦੇ 'ਚ ਮੈਂ ਸਿੱਧਾ ਦਖਲ ਨਹੀਂ ਦੇ ਸਕਦਾ। ਇਹ ਇਹਨਾਂ ਦਾ ਜਾਂ ਉਹਨਾਂ ਦਾ ਮਸਲਾ, ਆਪਾਂ ਇਹਨੂੰ ਨਾ ਡਿਸਕਸ ਕਰੀਏ। ਆਪਾਂ ਉਸ ਗੱਲ ਨੂੰ ਡਿਸਕਸ ਕਰੀਏ ਜਿਹੜਾ ਸ਼ਹਿਰ ਦਾ ਮਸਲਾ। ਦੁਕਾਨ ਸ਼ਹਿਰ ਦਾ ਮਸਲਾ ਨਹੀਂ ਹੈ, ਦੁਕਾਨ ਇਹਨਾਂ ਦਾ ਪਰਸਨਲ ਮਸਲਾ। ਆਪਾਂ ਇਸ ਪਰਸਨਲ ਮਸਲੇ ਤੇ ਇਹਨਾਂ ਦੇ ਨਾਲ ਆ। ਜਿਹੜਾ ਸੜਕ ਆ ਉਹ ਸ਼ਹਿਰ ਦਾ ਮਸਲਾ, ਜਿਸ ਕੰਮ ਲਈ ਆਪਾਂ ਇਕੱਠੇ ਹੋ, ਪਰ ਸ਼ਹਿਰ ਦੇ ਮਸਲੇ ਨੂੰ ਡਿਸਕਸ ਕਰੀਏ ਜਿਹੜਾ ਇੰਪੋਰਟੈਂਟ ਆ। ਸਰੀਨ ਸਾਹਿਬ ਇਸ ਤੋਂ ਇਲਾਵਾ ਜੇ ਹੋਰ ਕੋਈ ਗੱਲਬਾਤ? ਹਾਂ, ਮੈਂ ਤੁਹਾਨੂੰ ਦੱਸਦਾ ਇੱਕ ਹੋਰ ਵੀ ਜਿਹੜੀ ਸੜਕ ਬਣਦੀ ਹੈ ਨਾ, ਇਹਨੂੰ ਟਾਈਮ ਟੂ ਟਾਈਮ ਜੇਈ ਸਾਹਿਬ ਜਾਂ ਹੋਰ ਵੀ ਓਵਰਸੀਅਰ ਜੋ ਵੀ ਹੈ ਨਾ, ਇਹਨੂੰ ਅੱਗੇ ਚੈੱਕ ਕਰੋ ਕਿ ਕਿਆ ਕੁਆਲਿਟੀ ਸਹੀ ਬਣ ਰਹੀ ਆ, ਕਿਆ ਸੜਕ ਦੀ ਪਮੈਸ਼ ਜਿੰਨੀ ਦਿੱਤੀ ਆ ਉਹ ਸਹੀ ਬਣ ਰਹੀ ਆ। ਕਿਉਂਕਿ ਜੇ ਇੱਦਾਂ ਲੁੱਕ ਪਾ ਕੇ ਚਲੇ ਜਾਣੀ ਹੈ ਤਾਂ ਉਹਦਾ ਕੋਈ ਫਾਇਦਾ ਨਹੀਂ ਹੈ। ਤੁਸੀਂ ਇੱਦਾਂ ਕਰਾਂਗੇ ਜੀ, ਹੁਣ ਸਾਡਾ ਨਵੀਂ ਕਮੇਟੀ ਬਣ ਗਈ ਆ। ਜਦ ਕਮੇਟੀ ਬਣੂਗੀ ਆਪਾਂ ਪਹਿਲੇ ਹੀ ਮਤੇ 'ਚ ਹੀ ਥਰਡ ਪਾਰਟੀ ਇਨਸਪੈਕਸ਼ਨ ਕਰਾ ਲਵਾਂਗੇ ਕਿਸੇ ਪ੍ਰਾਈਵੇਟ ਫਰਮ ਤੋਂ। ਠੀਕ ਹੈ ਜੀ, ਤੁਹਾਡੇ ਵੀ ਮਨ ਦੀ ਤਸੱਲੀ ਹੋਗੀ। ਇੰਜੀਨੀਅਰ ਨਾ ਮੈਂ ਆ ਨਾ ਕੋਈ, ਮੇਰੇ ਖਿਆਲ ਆਈ ਡੋਂਟ ਨੋ ਕਿੰਨੇ ਕੋਈ ਇੱਥੇ ਬੈਠੇ ਹੋਗੇ। ਸੋ ਇਹ ਤਾਂ ਦੇਖੋ ਇੰਜੀਨੀਅਰ ਦਾ ਕੰਮ ਹੈ, ਇਹਦੇ 'ਚ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ। ਹਾਂ, ਇਹ ਜ਼ਰੂਰ ਹੈ ਕਿ ਆਪਾਂ ਥਰਡ ਪਾਰਟੀ ਆਡਿਟ ਜਾਂ ਥਰਡ ਪਾਰਟੀ ਚੈਕਿੰਗ ਕਰਾ ਲਾਂਗੇ। ਚਲੋ ਮਨ ਦੇ ਤਸੱਲੀ ਦੀ ਗੱਲ ਹੈ, ਸਾਨੂੰ ਲੱਗਦਾ ਕਿ ਕੰਮ ਠੀਕ ਹੋ ਰਿਹਾ, ਪਰ ਜੇ ਕੋਈ ਕਮੀ ਲੱਗਦੀ ਹੈ ਦੱਸ ਸਕਦੇ। ਇੱਥੇ ਕੋਈ ਇੰਜੀਨੀਅਰ ਦੀ ਵੀ ਲੋੜ ਨਹੀਂ ਹੈਗੀ। ਇੱਕ ਮਿੰਟ ਕਿਸੇ ਦੀ ਵੀ ਲੋੜ ਨਹੀਂ। ਲੱਗਣ ਸਾਹਿਬ ਦੇਖ ਲਓ, ਆਇਆ ਤੁਹਾਡੇ ਸਾਹਮਣੇ ਆ। ਕਿਸੇ ਦੀ ਲੋੜ ਨਹੀਂ ਹੈਗੀ। ਆ ਦੇਖੋ ਸਰ, ਆ ਦੇਖੋ ਮਿੱਟੀ ਦੇ ਉੱਪਰ ਪਾਈ ਆ ਸਾਰੀ। ਚੋਪੜਾ ਜੀ, ਸਾਨੂੰ ਨਹੀਂ ਪਤਾ ਕਿਸੇ ਗੱਲ ਦਾ। ਸੜਕ ਅਸੀਂ ਬਣਾਣੀ ਆ ਕਿ ਤੁਸੀਂ ਬਣਾਣੀ ਆ? ਉਹਨਾਂ ਦਾ ਜਵਾਬ ਇਹ ਆ ਕਿ ਮਿੱਟੀ ਆ, ਮਿੱਟੀ ਦੇ ਉੱਤੇ ਕੋਈ ਕਹਿਣਾ ਨਹੀਂ ਹੈਗਾ। ਅਸੀਂ ਵੀ ਆਪਣੇ ਦੁਕਾਨ ਮੂਹਰੇ ਮੈਂ ਕੰਮ ਰਖਵਾਇਆ ਕੱਲ ਸਰਦਾਰੀ, ਮੈਂ ਕਿਹਾ ਜੀ ਮੈਂ ਆਪਣੇ ਮੂਹਰੇ ਸੜਕ ਵਾਲਾ ਕੰਮ ਇਦਾਂ ਦਾ ਬਿਲਕੁਲ ਕੰਮ ਨਹੀਂ ਹੋਣਾ। ਸਰ ਥੋੜਾ ਸੋਸ਼ਲ ਡਿਸਟੈਂਸ ਬਣਾ ਲਓ ਪਲੀਜ਼, ਥੋੜਾ ਜਿਹਾ। ਦੇਖੋ ਮੇਰੀ ਗੱਲ ਸੁਣੋ ਇੱਕ ਸੈਕਿੰਡ ਯਾਰ ਭਾਜੀ, ਇਹਨੂੰ 2 ਮਿੰਟ ਜੀ ਥੋੜਾ ਜਗ੍ਹਾ ਆਓ, ਥੋੜਾ ਸੋਸ਼ਲ ਡਿਸਟੈਂਸ ਬਣਾ ਲਓ। ਇੱਕ ਸੈਕਿੰਡ ਯਾਰ, ਆਪਾਂ ਇਹਨੂੰ ਸ਼ਾਰਟ ਕਰੀਏ ਕਿਉਂਕਿ ਇੰਨੇ ਬੰਦੇ ਇਕੱਠੇ ਖੜੇ ਮੈਨੂੰ ਠੀਕ ਨਹੀਂ ਲੱਗ ਰਹੇ। ਠੀਕ ਆ, ਦੇਖੋ ਸਰੀਨ ਸਾਹਿਬ, ਇਹ ਮਸਲਾ ਹੈਗਾ ਸਰੀਨਾ ਦਾ। ਤੁਹਾਨੂੰ ਮੈਂ ਪੰਜਾਬੀ ਸਮਝਾਵਾਂ ਨਾ, ਮੇਰੀ ਗੱਲ ਸੁਣ ਲਓ। ਮੈਨੂੰ ਇਸ ਗੱਲ 'ਚ ਕੋਈ ਸ਼ਰਮ ਨਹੀਂ, ਮੇਰੇ ਤਾਂ ਹੱਥ ਖੜੇ ਕਰਾਤੇ ਇਹਨਾਂ ਨੇ। ਮੈਂ ਕੋਈ ਮੈਨੂੰ ਲੁੱਕ ਲੁਕਾ ਨਹੀਂ ਹੈ। ਮੈਂ ਬਿਨਾਂ ਨਾਗੇ 2 ਹਫ਼ਤਿਆਂ ਤੋਂ ਫੋਨ ਕੀਤਾ, ਮੇਰੀ ਪੇਸ਼ ਨਹੀਂ ਗਈ। ਮੈਂ ਹਾਰ ਕੇ ਇੱਥੇ ਆਇਆ ਜਦ ਇਹ ਮੇਰੇ ਫੋਨ ਚੱਕਣੇ ਵੀ ਬੰਦ ਕਰਤੇ। ਹੁਣ ਜੇ ਮੈਂ ਕਮੇਟੀ 'ਚੋਂ ਬਲੈਕ ਲਿਸਟ ਕਰਾਂਦਾ ਤਾਂ ਕੱਲ ਨੂੰ ਵੋਟਾਂ ਵੀ ਮੇਰੀਆਂ ਘਟਦੀਆਂ, ਕਿਉਂਕਿ ਹੈ ਸ਼ਹਿਰਦਾਰੀ ਆ। ਮੈਂ ਦੇਖੋ ਇਹ ਤਾਂ ਤੁਹਾਡੇ ਸਰੀਨਾ ਦਾ ਮਸਲਾ, ਮੇਰੀ ਜਾਨ ਛੜਕਾਓ ਤੇ ਮੈਂ ਵੀ ਇੱਥੇ ਸੌਖਾ ਬੈਠਾ, ਮੈਨੂੰ ਵੀ ਕੋਈ ਸ਼ੌਕ ਨਹੀਂ ਆ। ਠੀਕ ਆ, ਹੁਣ ਜਿਹੜੀ ਤੁਹਾਡੀ ਗੱਲਾਂ ਦਾ ਜਵਾਬ ਆ, ਤੁਸੀਂ ਕਹਿੰਦੇ ਸੀ ਨਾ ਕਿ ਦੁਕਾਨਦਾਰ ਗੱਲ ਤਾਂ ਮੈਨੂੰ ਫੋਨ ਤੇ ਇਹ ਜਵਾਬ ਮਿਲਿਆ। ਮੈਂ ਤੁਹਾਨੂੰ ਇਹ ਕਹਿ ਰਿਹਾ ਸੀਗਾ, ਤੁਸੀਂ ਕਹਿ ਰਹੇ ਸੀਗੇ ਕਿ ਪਾਓ ਹੁਣੇ ਪਾਓ। ਤਾਂ ਮੈਂ ਹੁਣ ਇਹ ਕਹੂੰਗਾ, ਹੁਣ ਗਿੱਲੀ ਆ, ਇਹਨੂੰ ਸੁੱਕਣ ਦਿਓ, ਫਿਰ ਫਸਕੋਟ ਤਦੇ ਹੋਊਗਾ, ਫਿਰ ਤਾਂ ਲੁੱਕ ਪਊਗੀ। ਮੈਂ ਗੱਲ ਰੋਡ ਤੇ ਗਿੱਲੀ ਦੀ ਨਹੀਂ ਜਨਾਬ ਸਰੀਨ ਸਾਹਿਬ, ਜੋ ਗੱਲ ਉਹ ਕਹਿ ਰਹੇ ਨੇ ਕੁਆਲਿਟੀ ਕੰਟਰੋਲ ਜਿਹੜੀ ਆ ਉਹ ਬਿਲਕੁਲ ਨਹੀਂ ਹੈਗੀ। ਪ੍ਰੋਪਰ ਬ੍ਰਸ਼ ਲੱਗੇ ਜੀ। ਇਹ ਮੈਂ ਇੱਕ ਮਿੰਟ ਬ੍ਰਸ਼ ਨਹੀਂ ਲੱਗਾ ਜਵਾਬ ਦਿਓ। ਕੋਈ ਬ੍ਰਸ਼ ਨਹੀਂ ਲੱਗਾ। 2 ਦਿਨ ਬ੍ਰਸ਼ ਚੱਲਦਾ ਕਿੱਧਰ ਐਮਐਲਏ ਸਾਹਿਬ ਸੁਣੋ ਜਰਾ ਸਾਰੇ। ਚਲੋ ਆਪਾਂ ਮੇਰੀ ਗੱਲ ਸੁਣੋ, ਆਪਾਂ ਇਦਾਂ ਦਾ ਕੰਮ ਵੀ ਨਾ ਕਰੀਏ ਕਿਸੇ ਨੂੰ। ਮੇਰੀ ਰਿਕੁਐਸਟ ਹੈ ਜੀ। ਚਲੋ ਮੈਂ ਥੋੜਾ ਆਪਣੀ ਆਡੀਅנס ਨੂੰ ਵੀ ਦੱਸਣਾ ਚਾਹੁੰਦਾ, ਕਿਉਂਕਿ ਮਸ਼ੀਨਾਂ ਤੋਂ ਮਸਲਾ ਸਰੀਨਾ ਦਾ ਬਣ ਗਿਆ। ਇਹ ਹੁਣ ਮਸਲਾ ਮਸ਼ੀਨਾਂ ਦਾ ਨਹੀਂ ਰਿਹਾ, ਮਸਲਾ ਸਰੀਨਾ ਦਾ ਬਣ ਗਿਆ। ਤੇ ਅਸੀਂ ਜ਼ਰੂਰ ਆਡੀਅנס ਨੇ ਇਸ ਪਾਸੇ ਤੋਂ ਵੀ ਦਿਖਾਉਣਾ ਚਾਹੁੰਦੇ ਹਾਂ, ਕਿਉਂਕਿ ਐਮਐਲਏ ਸਾਹਿਬ ਵੀ ਉੱਥੇ ਕੁਝ ਟੈਕਨੀਕਲ ਗੱਲਾਂ ਹੋ ਰਹੀਆਂ ਜੋ ਅਸੀਂ ਬਿਲਕੁਲ ਨਹੀਂ ਸਾਹਮਣੇ ਚਾਹੁੰਦੇ ਕਿ ਆਵੇ। ਲੇਕਿਨ ਹਾਲੇ ਪੁਲਿਸ ਪ੍ਰਸ਼ਾਸਨ ਤੋਂ ਕੁਝ ਸਵਾਲ ਪੁੱਛਣੇ ਨੇ, ਮੈਂ ਜ਼ਰੂਰ ਉਹ ਲਵਾਂਗਾ। ਤਾਂ ਤੁਸੀਂ ਇੱਕ ਵਾਰੀ ਇੱਥੇ ਦੇਖ ਸਕਦੇ ਹੋ ਕਿੰਨਾ ਹਜੂਮ ਇਕੱਠਾ ਹੋਇਆ, ਕਿੰਨੇ ਲੋਕ ਇੱਥੇ ਨੇ ਜਿਹੜੇ ਦਿੱਕਤ ਪਰੇਸ਼ਾਨੀ ਵਿੱਚ ਨੇ।
ਇੱਥੇ ਕੁਝ ਨੌਜਵਾਨ ਵੀ ਖੜੇ ਨੇ, ਮੈਂ ਉਹਨਾਂ ਤੋਂ ਵੀ ਜ਼ਰੂਰ ਪੁੱਛਣਾ ਚਾਹਾਂਗਾ। ਕੋਈ ਤੁਹਾਡਾ ਸਵਾਲ ਹੈ ਐਮਐਲਏ ਸਾਹਿਬ ਤੋਂ ਪੁੱਛਣ ਵਾਲਾ? ਦੱਸ ਦਿਓ। ਦੇਖੋ ਇੱਦਾਂ ਹਿਚਕਚਾਓਗੇ ਫਿਰ ਤੁਹਾਡੇ ਸਵਾਲ ਅੱਗੇ ਨਹੀਂ ਜਾਣਗੇ। ਤਾਂ ਚਲੋ ਇੱਕ ਵਾਰੀ ਫਿਰ ਤੋਂ ਜਿਹੜਾ ਅੱਗੇ ਹੋ ਕੇ ਤੁਸੀਂ ਦਿਖਾ ਦਿਓ ਜੀ। ਮੈਂ 3 ਦਿਨ ਪਹਿਲਾਂ WhatsApp ਮੈਸੇਜ ਔਨ ਰਿਕਾਰਡ ਭੇਜਿਆ, ਤੁਸੀਂ ਧਰਨਾ ਤਾਂ ਅੱਜ ਲਾਇਆ। ਇੱਕ ਸੈਕਿੰਡ ਜੀ, ਮੈਂ ਮੈਸੇਜ ਭੇਜਿਆ, ਮੈਂ ਡੇਲੀ ਭੇਜਦਾ ਰਿਹਾ, ਮੈਂ ਡੇਲੀ ਫੋਨ ਕਰਦਾ ਰਿਹਾ। ਮੈਨੂੰ ਪਤਾ ਮੇਰੀ ਜ਼ਿੰਮੇਵਾਰੀ ਕੀ ਆ, ਪਰ ਮੈਂ ਇਹ ਇਕੱਲਾ ਨਹੀਂ ਕਰ ਸਕਦਾ। ਜਿਹੜਾ ਕੰਮ ਇਹਨਾਂ ਦਾ ਇਹਨਾਂ ਨੂੰ ਕਰਨਾ ਚਾਹੀਦਾ। ਓਬਵੀਅਸਲੀ ਪ੍ਰਸ਼ਾਸਨ ਦਾ ਫਰਜ਼ ਬਣਦਾ, ਜਿਹਦੇ ਕਰਕੇ ਅੱਜ ਮੈਂ ਇੱਥੇ ਆਇਆ ਬਿਨਾਂ ਕਿਸੇ ਦੇ ਸੱਦੇ ਦੇ, ਕਿਉਂਕਿ ਮੇਰੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਮੈਂ ਤੁਹਾਡਾ ਚੁਣਿਆ ਨੁਮਾਇੰਦਾ, ਤੁਸੀਂ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਆ। ਬਾਕੀ ਮੇਰੀ ਜੇਈ ਸਾਹਿਬ ਇਹ ਬੇਨਤੀ ਆ, ਠੇਕੇਦਾਰ ਹੈ, ਸਾਡੀ ਸ਼ਹਿਰਦਾਰੀ ਹੈ, ਪਰ ਜੇ ਸ਼ਹਿਰ 'ਚ ਕੰਮ ਪ੍ਰੋਪਰ ਨਹੀਂ ਹੋਊਗਾ, ਇਹਨਾਂ ਨੂੰ ਲੱਗੇ ਚੰਗਾ, ਇਹਨਾਂ ਨੂੰ ਲੱਗੇ ਮਾੜਾ, ਜੋ ਸਹੀ ਬਣਦੀ ਕਾਰਵਾਈ ਹੈ ਕਰੋ। ਸਾਨੂੰ ਤਾਂ ਆਪਣੇ ਸ਼ਹਿਰ ਦੀ ਡਿਵੈਲਪਮੈਂਟ ਚਾਹੀਦੀ ਆ। ਉਸ ਡਿਵੈਲਪਮੈਂਟ ਵਿੱਚ ਜੇ ਕੋਈ ਕਮੀ ਹੋਊਗੀ, ਉਸ ਗੱਲ ਦਾ ਕੋਈ ਲਿਹਾਜ਼ ਨਹੀਂ ਹੋਊਗਾ, ਭਾਵੇਂ ਮੇਰਾ ਆਪਣਾ ਕੋਈ ਘਰ ਦਾ ਮੈਂਬਰ ਹੋ। ਇਹਨਾਂ ਦਾ ਸਟਾਫ ਕੋਆਪਰੇਟ ਨਹੀਂ ਕਰ ਰਿਹਾ ਕਿਸੇ ਨਾਲ ਵੀ। ਜੇ ਕਿਸੇ ਨੂੰ ਕਹਿੰਦੇ ਵੀ ਨਾ ਅੰਕਲ ਜੀ ਆਪਾਂ ਆਏ ਕਿਸ ਕਰਕੇ ਆਏ? ਇਸੇ ਕਰਕੇ ਆਇਆ। ਮੈਂ ਇਸੇ ਕਰਕੇ ਆਇਆ। ਠੀਕ ਹੈ ਜੀ, ਮੈਂ ਡੇਲੀ ਇੰਨੇ ਬੰਦਿਆਂ ਦੀ ਗੱਲਾਂ ਮੇਰੀ ਹਿੰਮਤ ਨਹੀਂ ਸੁਣਨ ਦੀ। ਠੀਕ ਹੈ, ਮੇਰਾ ਇਹ ਪਰਿਵਾਰ ਖੜਿਆ, ਤੁਹਾਨੂੰ ਤਾਂ ਆਉਣ ਦੀ ਲੋੜ ਹੀ ਨਹੀਂ। ਨਹੀਂ, ਮੇਰੀ ਬੇਨਤੀ ਹੈ, ਚਲੋ ਇਹ ਹੁਣ ਮੇਰੀ ਬੇਨਤੀ ਚੋਪੜਾ ਜੀ, ਇਹ ਹੁਣ ਕੰਮ ਹੈਗਾ ਤੁਹਾਡਾ ਜੀ ਸਾਹਿਬ, ਇਹ ਨਗਰ ਕੌਂਸਲ ਦਾ ਕੰਮ ਆ, ਔਰ ਕੰਮ ਲੈਣਾ ਠੇਕੇਦਾਰ ਤੋਂ ਵੀ ਤੁਹਾਡਾ ਕੰਮ ਆ। ਜੇ ਤੁਹਾਡੇ ਤੋਂ ਲੈ ਹੁੰਦਾ ਤਾਂ ਤੁਸੀਂ ਲਓ, ਜੇ ਤੁਹਾਡੇ ਤੋਂ ਨਹੀਂ ਲੈ ਹੁੰਦਾ ਤਾਂ ਜੋ ਤੁਹਾਡਾ ਕੰਮ ਬਣਦਾ, ਜੋ ਤੁਹਾਡੀ ਕਾਰਵਾਈ ਬਣਦੀ ਕਰੋ। ਮੈਨੂੰ ਸ਼ਹਿਰ ਦੀ ਡਿਵੈਲਪਮੈਂਟ ਪਹਿਲਾਂ, ਮੈਨੂੰ ਸਾਰੀ ਗੱਲਾਂ ਬਾਅਦ 'ਚ। ਸੋ ਮੇਰੀ ਇਹ ਬੇਨਤੀ ਆ, ਜੋ ਇਹ ਕੋਈ ਕਹਿ ਰਿਹਾ ਕਿ ਮਿੱਟੀ ਹੈ ਜਾਂ ਇਹਨੂੰ ਤੁਸੀਂ ਚੈੱਕ ਕਰਾਓ, ਤੇ ਹੁਣ ਸਾਰੇ ਬੰਦਿਆਂ ਸਾਨੂੰ ਇੱਕ ਵਾਰੀ ਕਲੀਅਰ ਕਰਕੇ ਦੱਸ ਦਿਓ ਕਿ ਇਹ ਕੰਮ ਤੁਸੀਂ ਕਦ ਤੱਕ ਕੰਪਲੀਟ ਕਰੋਗੇ, ਤਾਂ ਕਿ ਮੈਂ ਨਾ ਝੂਠਾ ਪਵਾਂ। ਠੀਕ ਹੈ ਜੀ, ਮੋਰੇ ਪਾਈਪਾਂ ਫਟਣੀਆਂ, ਪਾਣੀਆਂ ਪਾਈਪਾਂ ਤੁਸੀਂ ਤਰੀਕ ਦੱਸੋ। ਠੇਕੇਦਾਰ ਸਾਹਿਬ ਮਾੜਾ ਪੁਆਇੰਟ ਦੱਸੋ ਤੇ ਆ ਇੰਨਾ ਚੌਂਕ ਕੱਲ ਛੱਡਿਆ? ਇਹ ਛੱਡਿਆ ਨਹੀਂ ਜੀ, ਇਹ ਛੱਡਿਆ ਨਹੀਂ, ਇਹ ਵੈਸੇ ਵਿੱਚ ਨਹੀਂ ਹੈ। ਇਹਨਾਂ ਨੇ ਪੈ ਲੈਣਾ, ਇਹ ਮੰਡੀ ਬੋਰਡ ਦਾ। ਨੋਟ ਕਰੋ, ਇਹ ਮੰਡੀ ਬੋਰਡ ਦਾ। ਇਹ ਮੰਡੀ ਰੋਡ ਨਹੀਂ ਹੈ, ਮੰਡੀ ਪਰੇ ਆ, ਮੰਡੀ ਪਰੇ ਆ। ਵੈਸੇ ਸਰੀਨ ਸਾਹਿਬ ਮੰਡੀ ਬੋਰਡ ਦਾ। ਕਿਉਂਕਿ ਮੈਂ ਹੁਣ ਤੁਹਾਡੇ ਨਾਲ ਕਹਾਣਾ ਸੀ ਵੀ ਪਾਣੀ ਨਹੀਂ ਆ। ਹਾਂ, ਕੱਲ ਤੁਸੀਂ ਕਹਿੰਦੇ ਨਾ ਵੀ ਪਾਣੀ ਨਹੀਂ, ਅੱਗੇ ਕਈ ਵਾਰ ਹੋ ਚੁੱਕਾ ਆ। ਇੱਕ ਮਿੰਟ ਦੇਖੋ, ਆਪਣੇ ਸਾਰੇ ਜ਼ਿੰਮੇਵਾਰ ਬੰਦੇ ਖੜੇ ਆ, ਸਾਰੇ ਬਜ਼ੁਰਗ ਖੜੇ। ਇੱਕ ਵਾਰ ਤੁਸੀਂ ਦੇਖੋ, ਆਪਣੀ ਇਹ ਰੋਡ ਸਮਤਲ ਆ, ਬਿਲਕੁਲ ਨਹੀਂ, ਜਦ ਹੋਊਗਾ ਨਾ ਫੋਟੋ ਖਿੱਚ ਕੇ ਐਮਐਲਏ ਸਾਨੂੰ WhatsApp ਮੈਂ ਕਰੂੰਗਾ। ਹੁਣ ਏਦਾਂ ਜੀ, ਪਿਆਲਾ ਜੀ ਪਾਰਟੀ ਦੇਖ ਲਓ, ਫਿਰ ਮੈਂ ਗੱਲ ਉੱਥੇ ਆਣੀ ਆ। ਮੇਰੀ ਬੇਨਤੀ ਆ, ਮੈਂ ਫਿਰ ਉੱਥੇ ਆ ਜਾਣਾ। ਮੈਂ ਤਾਂ ਤੁਹਾਡੇ ਕੋਲ ਸਿਫਾਰਿਸ਼ ਲੈ ਕੇ ਆਇਆ ਕਿ ਮੇਰਾ ਤੁਸੀਂ ਕੰਮ ਸਿਰੇ ਚੜਾਓ। ਥੋੜੀ ਗੁਜ਼ਾਰਿਸ਼ ਹੈ, ਜਦੋਂ ਵੀ ਕੋਈ ਕੰਸਟਰਕਸ਼ਨ ਦਾ ਕੰਮ ਹੁੰਦਾ, ਉਹ ਕਿਸੇ ਵੀ ਜਗ੍ਹਾ ਤੇ ਰੋਡ ਮੈਪ ਬਣਦਾ, ਉਹਦੇ ਲਈ ਪਹਿਲਾਂ ਪੂਰੀ ਸਹੀ ਢੰਗ ਨਾਲ ਪਲੈਨਿੰਗ ਹੁੰਦੀ। ਠੀਕ ਹੈ, ਨੰਬਰ 1, ਅਗਰ ਇੱਕ ਮਿਊਨਿਸਪਲ ਕਮੇਟੀ ਇਹ ਬਣਾਉਣ ਲੱਗੀ ਹੈ, ਬਣਨ ਲੱਗਿਆ, ਜਿਹੜੇ ਟੈਕਨੀਕਲ ਸਾਡੇ ਜੇਈ ਔਰ ਐਮਈ ਸਾਹਿਬ ਨੇ, ਕੀ ਉਹ ਇੱਕ ਵਾਰ ਵੀ ਮੌਕੇ ਤੇ ਆਏ ਆ? ਕਿਆ ਉਹਨਾਂ ਨੇ ਆ ਕੇ ਦੇਖਿਆ? ਕੋਈ ਇੱਕ ਸ਼ਹਿਰ ਦਾ ਬੰਦਾ ਬਾਜ਼ਾਰ ਦਾ ਦੱਸ ਦੇਵੇ, ਕਿਸੇ ਇੱਕ ਨੇ ਬੰਦੇ ਨੇ ਵੀ ਆ ਕੇ ਮੌਕੇ ਦੇ ਹਾਲਾਤ ਦੇਖੇ ਹੋਣ, ਇਹ ਸੜਕ ਕਿਸ ਤਰ੍ਹਾਂ ਬਣ ਰਹੀ ਹੈ ਤੇ ਕਿਉਂ ਬਣ ਰਹੀ ਹੈ। ਮੈਂ ਤਾਂ ਕੋਈ ਮੌਕੇ ਤੇ ਨਹੀਂ ਆਇਆ। ਮੈਂ ਤਾਂ 3 ਵਾਰੀ ਆਇਆ ਜੀ। ਤੁਸੀਂ ਟੈਕਨੀਕਲ ਨਹੀਂ ਹੈ, ਤੁਸੀਂ ਐਮਐਲਏ ਆ, ਅਸੀਂ ਸਾਡੀ ਗੱਲ ਦਾ ਤੇ ਲੈ ਲਓ। ਜਦ ਮੈਂ 3 ਵਾਰੀ ਆਇਆ, ਉਹਦੇ ਚੋਂ 2 ਵਾਰੀ ਜੇਈ ਮੇਰੇ ਨਾਲ ਵੀ ਸੀਗਾ। ਫਿਰ ਉਹਨੇ ਤੁਹਾਨੂੰ ਕਿਹਾ? ਨਹੀਂ, ਮੈਨੂੰ ਇਹ ਦੱਸੋ, ਤੁਹਾਨੂੰ ਉਹਨੇ ਕਿਹਾ ਵੀ ਸੜਕ ਸਹੀ ਨਹੀਂ ਹੈ? ਉਸ ਟਾਈਮ ਤੇ ਪਾਈਪਾਂ ਪੈ ਰਹੀਆਂ ਸੀ ਜਿਹੜੀਆਂ ਉਸ ਟਾਈਮ ਤੇ ਪਾਈਪਾਂ ਪੈ ਰਹੀਆਂ। ਮਤਲਬ ਕੀ ਹੈ, ਜਿਹੜੀ ਲੇਬਰ ਹੈ ਉਹ ਅਨਟ੍ਰੇਨਡ ਹੈ, ਉਹ ਜੋ ਕਰਕੇ ਮਰਜ਼ੀ ਆਪਣੀ ਮਰਜ਼ੀਆਂ ਕਰਕੇ ਚਲੀ ਜਾਵੇ, ਕੋਈ ਸੁਣਵਾਈ ਨਹੀਂ, ਕੋਈ ਮੌਕੇ ਦੇ ਉੱਤੇ ਸਹੀ ਢੰਗ ਨਾਲ ਮਾਪਦੰਡਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ। ਚਲੋ ਆ ਪੰਡੋਰੇ ਮੰਦੀ ਦੀ ਆਇਆ ਜੀ, ਇਹਨਾਂ ਦਾ ਵੀ ਗੱਲ ਕਰਦੇ ਹਾਂ। ਚਲੋ ਜ਼ਿਆਦਾ ਟਾਈਮ ਖਰਾਬ ਕਰਦਾ ਅੰਕਲ। ਦੇਖੋ, ਅਸੀਂ ਸ਼ਹਿਰ ਦੇ ਮਤਲਬ ਜੇ ਠੇਕੇਦਾਰ ਬਾਹਰਲਾ ਹੁੰਦਾ, ਸ਼ਾਇਦ ਅਸੀਂ ਉਹਨੂੰ ਕੰਮ ਚੱਲਣ ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸਦਾ, ਜੇ ਅਸੀਂ ਮੈਂ ਪਾੜੀ ਸਾਹਿਬ ਨਾਲ ਮੇਰੀ ਗੱਲ ਹੋਈ ਸੀ, ਮੈਂ ਕਿਹਾ ਅਸੀਂ ਮਸ਼ੀਨਾਂ ਰੱਖ ਲੈਣੀਆਂ, ਲੇਕਿਨ ਲਿੰਕ ਉਹ ਕਹਿੰਦੇ ਵੀ ਉਹਨਾਂ ਨੂੰ ਵੀ ਉਹਨਾਂ ਨੇ ਕਹਿ ਰਹੇ ਆ ਕਿ ਬੰਦੇ ਆਪਣੇ ਆ, ਇਸ ਕਰਕੇ ਸਾਡਾ ਜਿੰਨਾ ਲਾਸ ਹੋ ਰਿਹਾ ਨਾ, ਸਾਡੇ ਦੁਕਾਨਦਾਰਾਂ ਨੂੰ ਮੈਂ ਕਿਹਾ ਜੀ, ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸਦਾ, ਹਜੇ ਵੀ ਕਸਟਮਰ ਨੂੰ ਇਹੀ ਆ ਵੀ ਇਹ ਸੜਕ ਬੰਦ। ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸਦਾ, ਜੇ ਠੇਕੇਦਾਰ ਬਾਹਰਲਾ ਹੁੰਦਾ ਨਾ, ਉਹਨੂੰ ਇੰਨਾ ਟਾਈਮ ਮੈਂ ਲੱਗਣ ਹੀ ਨਹੀਂ ਦੇਣਾ ਸੀ। ਗੱਲ ਇੱਥੇ ਖੜੀ ਫਿਰ ਅਸੀਂ ਵੀ ਨਹੀਂ ਹੋਣ ਦੇਣਾ ਸੀ, ਅਸੀਂ ਵੀ ਹੋਣ ਨਹੀਂ ਦੇਣਾ। ਇੱਕ ਮਿੰਟ, ਸਿਰ ਮੈਂ ਸ਼ਹਿਰ ਦਾ
ਸੋ ਦੇਖੋ ਇੱਥੇ ਇਮਾਨਦਾਰੀ ਦੀ ਗੱਲਾਂ ਚੱਲ ਰਹੀਆਂ ਨੇ ਕਿ ਇਮਾਨਦਾਰੀ ਨਾਲ ਦੱਸ ਰਹੇ ਹਾਂ ਕਿ ਸੜਕ ਬਣਾਈ ਜਾਵੇਗੀ। ਸਰ ਠੇਕੇਦਾਰ ਸਾਹਿਬ ਗੱਲ ਚੱਲ ਰਹੀ ਹੈ ਕਿ ਇਨਸਪੈਕਸ਼ਨ ਕਰਾਵਾਂਗੇ, ਤੁਹਾਡੀ ਤਸੱਲੀ ਹੈ ਮਟੀਰੀਅਲ ਤੁਹਾਨੂੰ ਸਹੀ ਲੱਗਦਾ? ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਜਦੋਂ ਮਰਜ਼ੀ ਥਰਡ ਪਾਰਟੀ। ਹਾਂਜੀ, ਉਹ ਧੱਸ ਕਿੱਦਾਂ ਗਿਆ ਟਰੱਕ ਨਾਲ? ਇਹ ਤਿੰਨ ਚਾਰ ਵਾਰ ਨਾ ਇਹਦੀ ਪਟਾਈ ਹੋਈ ਹੈ ਜੀ। ਇਹਦੇ ਵਿੱਚ ਇਹ ਮੈਨੂੰ ਪਤਾ ਨਹੀਂ ਟੈਕਨੀਕਲ ਹੈ ਕਿ ਜਨਤਾ ਨੂੰ ਸਮਝਾ ਦਿਓ। ਇਹ ਜੋ ਆਪਣਾ ਹੈਗਾ ਜੀ ਉਧਰ ਪਾਈਪਾਂ ਦਾ ਮਸਲਾ ਵਾ, ਉਹਦੇ ਬਾਰੇ ਨਹੀਂ ਮੈਂ ਇਹਦੇ ਬਾਰੇ ਰੋਡ ਬਾਰੇ ਕਹਿ ਸਕਦਾ ਤੁਹਾਨੂੰ। ਇਹ ਪੂਰੀ ਜਨਤਾ ਦੇਖ ਰਹੀ ਹੈ, ਔਨ ਰਿਕਾਰਡ ਚੜ ਰਿਹਾ, ਤੁਸੀਂ ਸੰਤੁਸ਼ਟ ਹੋ? ਬਿਲਕੁਲ ਸੰਤੁਸ਼ਟ ਹਾਂ ਜੀ। ਥਰਡ ਪਾਰਟੀ ਆਡਿਟ ਆਪਣੇ ਕੋਈ ਵੀ ਕਮੇਟੀ ਸੱਦ ਕੇ ਐਮਐਲਏ ਸਾਹਿਬ ਨੇ ਕਹਿੰਦੇ ਇਨਸਪੈਕਸ਼ਨ ਕਰਾ ਲਈ। ਬਿਲਕੁਲ ਕਰਵਾਓ, ਬਿਲਕੁਲ ਕਰਵਾਓ। ਠੇਕੇਦਾਰ ਨੇ ਕਹਿੰਦੇ ਇਨਸਪੈਕਸ਼ਨ ਕਰਾ ਲਓ, ਤੇ ਔਨ ਰਿਕਾਰਡ ਚੜ ਰਿਹਾ ਜੀ। ਬਿਲਕੁਲ ਚੱਲ ਰਿਹਾ ਜੀ, ਕਰਵਾਓ ਜੀ। ਜੇਈ ਸਾਹਿਬ ਆ ਜਾਓ ਜੀ, 1 ਮਿੰਟ। ਜੇਈ ਸਾਹਿਬ ਉਹ ਧੱਸ ਗਈ, ਉਹਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ? ਸਰ ਪਤਾ ਗੱਲ ਕੀ ਹੈ ਜੀ, ਇਹ ਪਾਈਪਲਾਈਨ ਦੁਬਾਰਾ ਪਾਈ ਸੀ, ਥੋੜੀ ਲੂਜ਼ ਸੋਇਲ ਸੀ, ਠੀਕ ਹੈ ਜੀ। ਇਹ ਥੋੜਾ ਟਾਈਮ ਲੱਗਣਾ ਸੀ ਕੰਪੈਕਸ਼ਨ। ਤੁਸੀਂ ਪ੍ਰਸ਼ਾਸਨ ਨੂੰ ਇਨਫਾਰਮ ਨਹੀਂ ਕੀਤਾ ਕਿ ਜਿਹੜਾ ਡਿਵਰਜਨ ਕਰਾਓ? ਉਸ ਤੋਂ ਬਾਅਦ ਸਰ ਡਿਵਰਜਨ ਕੀਤੀ ਹੋਈ ਸੀ ਸਰ। ਹੁਣ ਰਾਤ ਨੂੰ ਹੁਣ ਸਰ ਅਗਰ ਪ੍ਰੋਬਲਮ ਹੈ ਰਾਤ ਨੂੰ ਵੀ ਉਨੀ ਹੈ, ਦਿਨ ਨੂੰ ਵੀ ਉਨੀ ਹੈ। ਬੈਰੀਗੇਡ ਵੀ ਲੱਗੇ ਹੋਏ ਹੈ, ਨਜ਼ਰ ਨਹੀਂ ਆ ਰਹੇ ਜੀ। ਰਾਤੀ ਸਾਹਮਣੇ ਨਹਿਰੂ ਗੇਟ ਤੇ ਲੱਗੇ ਹੋਏ ਬੈਰੀਗੇਡ, ਪ੍ਰਸ਼ਾਸਨ ਨੇ ਲਗਾਏ ਹੋਏ ਬੈਰੀਗੇਡ। ਨਹਿਰੂ ਗੇਟ ਤੇ ਪੰਡੋਰੇ ਮਹੱਲੇ ਤੇ ਨਹੀਂ ਹੈ ਨਾ ਸਰ? ਤੇ ਸਰ ਬਾਕੀ ਇੱਥੇ ਸੀ ਪ੍ਰਾਈਵੇਟ ਲੀਕੇਜ ਨਾਲ ਜਿਹੜੀ ਉਹ ਮਿੱਟੀ ਨੇ ਨਾ। ਚਲੋ ਜੋ ਹੋ ਗਿਆ ਹੁਣ ਇਹਦਾ ਹੱਲ ਕੀ ਹੈ? ਮਸਲਾ ਹੱਲ ਹੋਊਗਾ ਸਰ। ਜਿਹੜਾ ਸਰ ਫਿਊਚਰ 'ਚ ਤਾਂ ਨਹੀਂ ਦਿੱਕਤ ਆਏਗੀ? ਨਹੀਂ ਆਏਗੀ, ਦੁਕਾਨਦਾਰ ਨਹੀਂ ਆਏਗੀ ਸਰ, ਪ੍ਰੋਪਰ ਕੰਪੈਕਸ਼ਨ ਕਰਾ ਦੇਵਾਂਗੇ ਜੀ। ਆਓ ਕੀ ਕਹਿ ਰਹੇ ਹੋ? ਬਸ ਪ੍ਰੋਬਲਮ ਇਹੀ ਹੈ ਨਾ ਕਿ ਜੀ ਪਿੱਛੇ ਬੋਲ ਕੇ ਚਲੇ ਜਾਂਦੇ, ਸਾਹਮਣੇ ਆਪਣਾ ਪੁਆਇੰਟ ਆਫ ਵਿਊ ਨਹੀਂ ਰੱਖਦੇ। ਚਲੋ ਏਜਈ ਸਾਹਿਬ ਨੇ ਕਹਿਤਾ ਕਿ ਫਿਊਚਰ 'ਚ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਏਗੀ। ਠੇਕੇਦਾਰ ਨੇ ਕਿਹਾ ਇਨਸਪੈਕਸ਼ਨ ਕਰਾ ਲਓ, ਮੈਂ ਵਿਲਿੰਗ ਹਾਂ। ਇੱਕ ਵਾਰੀ ਫਿਰ ਤੋਂ ਤੁਹਾਨੂੰ ਜੀ ਗੱਲ ਮੇਰੀ ਹੋਈ ਹੈ, ਕਹਿੰਦੇ ਕਰਵਾ ਦੇਣ, ਸਭ ਕੁਝ ਸਹੀ ਕਰਾ ਦੇਣਾ ਸੀ। ਜੀ ਸਾਹਿਬ ਇਹ ਕਹਿੰਦੇ ਆ ਕਰਵਾ ਦਿੰਦੇ ਆ। ਸੋ ਹਾਲੇ ਵੀ ਧਰਨੇ ਤੇ ਬੈਠੇ ਨੇ, ਦੇਖਦੇ ਹਾਂ ਧਰਨਾ ਇਹ ਚੱਕਦੇ ਨੇ ਕਿ ਨਹੀਂ ਚੱਕਦੇ, ਆਸ਼ਵਾਸਨ ਨਾਲ ਡਿਮਾਂਡਸ ਕੀ ਕਰਦੇ ਨੇ। ਹਾਲਾਂਕਿ ਮੈਂ ਤੁਹਾਨੂੰ ਪਿੱਛੇ ਤਾਂ ਲੈ ਕੇ ਤੁਹਾਨੂੰ ਬਾਕੀ ਵੀ ਵਿਊ ਦਿਖਾਉਣਾ, ਕਿਉਂਕਿ ਵਿੱਚ ਕੋਈ ਟੈਕਨੀਕਲ ਗੱਲਾਂ ਵੀ ਹੋ ਜਾਂਦੀਆਂ ਜਿਹਦੇ ਨਾਲ ਕਿਸੇ ਨਾ ਕਿਸੇ ਨੂੰ ਜਿਹੜਾ ਹਿੰਟ ਨਹੀਂ ਜਾਣਾ ਚਾਹੀਦਾ ਉਹ ਵੀ ਚਲੇ ਜਾਂਦੇ। ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਜਿਹੜੀ ਕੋਈ ਸੀਕ੍ਰੇਟ ਗੱਲ ਹੋ ਰਹੀ ਹੈ, ਕੋਈ ਟੈਕਨੀਕਲ ਗੱਲ ਹੋ ਰਹੀ ਹੈ, ਉਹ ਤੁਹਾਡੇ ਸਾਹਮਣੇ ਲੈ ਕੇ ਆਈਏ। ਕਿਉਂਕਿ ਜਿਵੇਂ ਉਹ ਬਜ਼ੁਰਗਾਂ ਨੇ ਗੱਲ ਕੀਤੀ, ਕੱਲ੍ਹ ਉਹਨਾਂ ਨੂੰ ਇਸ਼ੂ ਵੀ ਆ ਸਕਦਾ, ਤਾਂ ਥੋੜ੍ਹੇ ਬਹੁਤੇ ਪ੍ਰੋਟੋਕੋਲਸ ਫੋਲੋ ਵੀ ਕਰਨੇ ਚਾਹੀਦੇ ਨੇ। ਜੀ ਜੀ ਉਹ ਤਾਂ ਠੀਕ। ਸਾਡੇ ਨਾਲ ਕਮਲ ਜੀ ਮੌਜੂਦ ਨੇ। ਸਰ ਕੀ ਕਹਿ ਰਹੇ ਹੋ ਤੁਸੀਂ? ਮੈਂ ਕਿਹਾ ਇੱਕ ਦੁਕਾਨ ਦਾ ਨੁਕਸਾਨ ਜ਼ਰੂਰ ਹੋਇਆ ਐਕਚੁਅਲੀ। ਇੱਥੇ ਜਿਹੜਾ ਹੈ ਨਾ, ਮੇਰੇ ਹਿਸਾਬ ਨਾਲ ਪ੍ਰਸ਼ਾਸਨ ਦੀ ਥੋੜੀ ਲਾਪਰਵਾਹੀ ਹੈਗੀ ਆ। ਪਿੱਛੇ ਬੈਰੀਕੇਡ ਨਹਿਰੂ ਗੇਟ ਤੇ ਲੱਗੇ ਆ, ਇੱਕ ਬੈਰੀਕੇਡ ਆਪਾਂ ਨੂੰ ਜਿਹੜਾ ਆ ਪੰਡੋਰੇ ਮਹੱਲੇ ਤੋਂ ਜਿਹੜਾ ਗੀਤਾ ਭਵਨ ਰੋਡ ਤੋਂ ਚੌਂਕ ਬਣਦਾ ਉੱਥੇ ਵੀ ਲਾਇਆ ਜਾਣਾ ਚਾਹੀਦਾ ਸੀਗਾ। ਦੂਜੀ ਆ ਵੀ ਟਿੱਪਰ ਹੈਵੀ ਲੋਡ ਹੋਣ ਕਰਕੇ ਹੌਲੀ ਹੌਲੀ ਐਮਐਲਏ ਸਾਹਿਬ ਤਾਂ ਕਹਿੰਦੇ ਸਾਰੇ ਹੈਵੀ ਲੋਡ ਹੁੰਦੇ ਨੇ, ਕੋਈ ਜਸਟੀਫਿਕੇਸ਼ਨ ਤਾਂ ਨਹੀਂ ਲੱਗੀ? ਇਹ ਤੇ ਪ੍ਰਸ਼ਾਸਨ ਦੀ ਗਲਤੀ ਹੈ, ਕਿਉਂਕਿ ਪ੍ਰਸ਼ਾਸਨ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ। ਐਮਐਲਏ ਸਾਹਿਬ ਨੇ ਇਸ ਕਰਕੇ ਕਿਹਾ ਕਿਉਂਕਿ ਆਮ ਤੌਰ ਤੇ ਰੂਟੀਨ ਇੱਦਾਂ ਹੀ ਚੱਲੀ ਜਾਂਦੀ ਆ, ਸਾਰੀ ਰੂਟੀਨ ਇੱਦਾਂ ਹੀ ਚੱਲੀ ਜਾਂਦੀ ਆ। ਪਰ ਜਦੋਂ ਕੋਈ ਇਨਸੀਡੈਂਟ ਹੋ ਜਾਂਦਾ ਫਿਰ ਆਪਾਂ ਜਿਹੜੀ ਆ। ਅੱਛਾ ਸਰ, ਇੱਕ ਬੇਨਤੀ ਕਰਨਾ ਚਾਹੁੰਦਾ, ਤੁਸੀਂ ਸੀਨੀਅਰ ਹੋ, ਸ਼ਹਿਰ ਦੀ ਪੋਲਿਟਿਕਸ 'ਚ ਲੰਬੇ ਸਮੇਂ ਤੋਂ, ਜਿਹੜੇ ਟਿੱਪਰ ਆ ਸ਼ਾਮ ਨੂੰ ਉਹ ਹੈਵੀ ਸਪੀਡ ਚੱਲਦੇ ਆ, ਹੈਵੀ ਸਪੀਡ ਤੇ ਵੀ ਚੱਲਦੇ ਆ, ਓਵਰ ਸਪੀਡ ਤੇ ਵੀ ਚੱਲਦੇ ਆ। ਰਾਤੀ ਅਸੀਂ ਵੀਡੀਓ ਦਿਖਾਈ ਸੀ, ਅੰਬੇਦਕਰ ਸਾਹਿਬ ਦੇ ਚੌਂਕ ਕੋਲ ਓਵਰਟੇਕ ਕਰਦੇ ਇੱਕ ਦੂਜੇ ਨੂੰ, ਔਰ ਬਿਲਕੁਲ ਇੱਦਾਂ ਲੰਘਦੇ ਤਾਂ ਰਾਕਟ ਲੰਘਦਾ ਹੁੰਦਾ। ਕਿੰਨੀ ਕੁ ਸੇਫਟੀ ਆ ਫਿਰ ਆਮ ਬੰਦਿਆਂ ਦੀ? ਬਿਲਕੁਲ ਗਲਤ ਹੈ। ਮੇਰੀ ਵੀ ਪ੍ਰਸ਼ਾਸਨ ਨੂੰ ਅਪੀਲ ਹੈ, ਐਮਐਲਏ ਸਾਹਿਬ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਉਹ ਪ੍ਰਸ਼ਾਸਨ ਨੂੰ ਸਖਤ ਹਦਾਇਤ ਕਰਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਟ੍ਰੈਫਿਕ ਦੀ ਵਿਵਸਥਾ ਆ ਉਹਦੇ ਤੇ ਵੀ ਜਿਹੜਾ ਆ ਕਾਬੂ ਪਾਇਆ ਜਾਵੇ। ਸਰ ਸਪੀਡ ਬ੍ਰੇਕਰ ਹੋਣੇ ਚਾਹੀਦੇ, ਬਾਹਰ ਬੋਰਡ ਲੱਗਣਾ ਚਾਹੀਦਾ ਕਿ ਹੈਵੀ ਟਰੱਕ ਜਿਹੜੇ ਨੇ ਉਹਨਾਂ ਦੀ ਕੋਈ ਸਪੀਡ ਲਿਮਿਟ ਹੋਣੀ ਚਾਹੀਦੀ ਹੈ। ਬਿਲਕੁਲ ਲਿਮਿਟ ਹੋਣੀ ਚਾਹੀਦੀ ਹੈ। ਤੇ ਚਲੋ ਅਸੀਂ ਡਾਕਟਰ ਕਮਲ ਜੀ ਨਾਲ ਗੱਲ ਕਰ ਰਹੀ ਹੈ, ਇਹ ਹੁਣ ਕਮੇਟੀ ਵਿੱਚ ਵੀ ਆਣਗੇ, ਉਸ ਤੋਂ ਬਾਅਦ ਇਹ ਚੀਜ਼ਾਂ ਪੂਰੀਆਂ ਜਿਹੜੀਆਂ ਪੁੱਟ ਅਪ ਕੀਤੀਆਂ ਜਾਣਗੀਆਂ। ਹਾਲੇ ਰੇੜਕਾ ਉੱਥੇ ਉਸੇ ਤਰ੍ਹਾਂ ਬਰਕਰਾਰ ਹੈ। ਇਹ ਰੇੜਕਾ ਨਿਬੜੇ ਤਾਂ ਜ਼ਰੂਰ ਮੈਂ ਜਿਹੜੀ ਐਮਐਲਏ ਸਾਹਿਬ ਨਾਲ ਵੀ ਇਹ ਗੱਲ ਪੁੱਟ ਅਪ ਕਰਨੀ ਚਾਹਾਂਗਾ। ਇਹ ਰੇੜਕਾ ਇੱਕ ਵਾਰ ਨਿਬੜ ਜਾਵੇ। ਵਿਜੇ ਦਿਖਾ ਦਿਓ। ਇਹ ਗੱਲ ਹੁਣ ਆਪਾਂ ਲੋਕਾਂ ਨੂੰ ਨਹੀਂ ਕਹਿ ਸਕਦੇ। ਮੈਨੂੰ ਇਸ ਗੱਲ ਦਾ ਜਵਾਬ ਚਾਹੀਦਾ ਕਿ ਐਂਡ ਤੱਕ ਗੱਲ ਕੰਪਲੀਟ ਹੋ ਗਈ ਸੜਕ। ਤੁਸੀਂ ਇੱਕ ਸਿੰਪਲ ਜਵਾਬ ਨਹੀਂ ਦੇ ਸਕਦੇ ਇਸ ਗੱਲ ਦਾ? ਨਹੀਂ ਇੰਨਾ ਨਹੀਂ ਕੰਮ ਜਿਹੜਾ ਹੈਗਾ ਨਾ, ਜੇ ਲੀਕੇਜ ਥੱਲੇ ਨਾ ਨਿਕਲੇ, 2 ਦਿਨ ਦਾ ਪਟਾਈ ਦਾ ਮੇਰਾ ਜੀ ਮੂਰੇ, 2-3 ਦਿਨ ਪੱਥਰ ਪਾ ਕੇ 5ਵੇਂ 6ਵੇਂ ਦਿਨ ਸੜਕ ਦੀ ਕੁਟਾਈ ਹੋ ਜਾਣੀ।
ਠੀਕ ਹੈ ਜੀ। ਜੇ ਲੀਕੇਜ ਨਹੀਂ ਨਿਕਲਦੀ ਵੱਧ ਤੋਂ ਵੱਧ 6 ਦਿਨ ਦਾ ਕੰਮ ਆ ਮੋਰੇ। ਸਰ ਗੱਲ ਇਹ ਆ ਵੀ ਇੱਥੇ ਵਧੀਆ ਮਟੀਰੀਅਲ ਯੂਜ਼ ਹੋਵੇ ਨਾ, ਕੰਮ ਤਾਂ ਇੱਕ ਦਿਨ 'ਚ ਵੀ ਹੋ ਸਕਦਾ। ਮਟੀਰੀਅਲ ਵਧੀਆ ਹੀ ਹੈ ਜੀ, ਜਿਹਦੇ ਕੋਲ ਮਰਜ਼ੀ ਤੁਸੀਂ ਇਹ ਲੈਵਲਿੰਗ ਚੈੱਕ ਕਰ ਲਿਓ, ਸੜਕ ਦੀ ਲੈਵਲਿੰਗ ਚੈੱਕ ਕਰੋ, ਲੈਵਲਿੰਗ ਸਹੀ ਹੈ। ਸਰ ਫਸਟ ਫਲੋਰ ਦੇ ਬਾਅਦ ਫਸਟ ਫਲੋਰ ਦੇ ਬਾਅਦ ਪ੍ਰੋਪਰ ਲੈਵਲਿੰਗ ਹੁੰਦੀ ਸਰ, ਕਿਉਂਕਿ ਜਿੱਥੇ ਹੁੰਦੀ ਨਾ ਮਾਮੋ ਟੱਚ ਉਹਦਾ ਵੀਊ ਚ ਨਿਕਲਦਾ ਐਂਡਲੇ ਜਿਹੜੇ ਫੋਟੋ। ਪਰ ਜਿਹੜੀ ਆ ਕਹਿ ਰਹੇ ਆ ਕਿ ਮਿੱਟੀ ਦੇ ਉੱਤੇ ਲੁੱਕ ਪਾਈ ਜਾ ਰਹੀ ਹੈ, ਇਹਦੇ ਬਾਰੇ ਇਦਾਂ ਦੀ ਪਾਉਂਗੇ? ਨਹੀਂ ਜੀ ਨਹੀਂ, ਇਹ ਜਿੰਨੀ ਮਰਜ਼ੀ ਤੁਸੀਂ ਸਾਫ਼ ਕਰ ਲਓ ਜਾਂ ਲੁੱਕ ਲੱਗ ਜਾਣੀ ਹੈ, ਟ੍ਰੈਫਿਕ ਚੱਲਦੀ ਹੈ ਇਹਦੇ ਉੱਪਰ ਤਾਂ ਇਹ ਬਾਹਰ ਆ ਜਾਂਦੀ ਸਾਰੀ ਲੁੱਕ। ਹਲੇ ਵੀ ਤੁਸੀਂ ਦੇਖ ਲਓ ਪੂਰੀ ਪਈ ਹੈ ਲੁੱਕ। ਬੰਦ ਕਰ ਲਈ ਦੁੱਧ ਘਮਾਣਾ ਜੀ, ਟ੍ਰੈਫਿਕ ਤਾਂ ਹੈਗਾ ਹੀ। ਇੱਕ ਮਿੰਟ ਹੁਣ ਫਿਰ ਆਪੇ ਬਣਾ ਲਓ। ਚਲੋ ਗੱਲ ਕਰ ਲੈਂਦੇ ਉਹਨਾਂ ਨੂੰ, ਲੈਟ them talk, ਉਹ ਗੱਲ ਕਰ ਲੈਣ, ਮਸਲੇ ਦਾ ਜ਼ਰੂਰ ਹੱਲ ਕਰਾਵਾਂਗੇ। ਐਮਐਲਏ ਸਾਹਿਬ ਇੱਕ ਮੈਂ ਪ੍ਰਸ਼ਨ ਚੱਕਣਾ ਚਾਹੁੰਦਾ, ਪਲੀਜ਼ ਇੱਕ ਸਮਾਂ ਦੇ ਦਿਓ ਜੀ। ਆਮ ਪਬਲਿਕ ਇਹ ਬਾਰ-ਬਾਰ ਕਹਿ ਰਹੀ ਹੈ ਕਿ ਰਾਤ ਨੂੰ ਜਿਹੜੇ ਟਿੱਪਰ ਨੇ ਓਵਰ ਸਪੀਡ ਨਾਲ ਚੱਲਦੇ ਨੇ, ਉਹਨਾਂ ਦੀ ਕੋਈ ਲਿਮਿਟ ਜ਼ਰੂਰ ਹੋਣੀ ਚਾਹੀਦੀ ਹੈ। ਦੇਖੋ ਗੱਲ ਇਹ ਹੈ ਕਿ ਪਹਿਲੀ ਗੱਲ ਤਾਂ ਟਿੱਪਰ ਇੱਥੋਂ ਲੰਘਣੇ ਹੀ ਨਹੀਂ ਚਾਹੀਦੇ ਜਦ ਇੱਥੋਂ ਕੰਸਟਰਕਸ਼ਨ ਹੋ ਰਹੀ ਹੈ। ਠੀਕ ਹੈ, ਕਿਉਂ ਲੰਘ ਕੇ ਗਏ ਆ ਇਹ ਪੁਲਿਸ ਪ੍ਰਸ਼ਾਸਨ। ਸਰ ਰਾਹੋਂ ਰੋਡ ਤੋਂ ਜਿਹੜੇ ਗੜਸ਼ੰਕਰ ਜਾਂਦੇ ਮੈਂ ਉਹਨਾਂ ਦੀ ਗੱਲ ਕਰਦਾ, ਵੀਡੀਓ ਔਨ ਰਿਕਾਰਡ ਚੜੀ ਹੋਈ ਹੈ, ਇੱਕ ਦੂਜੇ ਨੂੰ ਓਵਰਟੇਕ ਕਰਦੇ ਨੇ, ਜ਼ਿਆਦਾ ਸਪੀਡ ਤੇ ਚੱਲਦੇ ਨੇ, ਓਵਰਲੋਡ ਵੀ ਹੁੰਦੇ ਨੇ ਕਿ ਕੋਈ ਹਾਦਸਾ ਨਾ ਜਾਵੇ, ਡਰ ਬਣਿਆ। ਕਿਹੜਾ ਟਿੱਪਰ ਓਵਰਲੋਡ ਨਹੀਂ ਹੁੰਦਾ ਅੱਜ ਸੜਕ ਤੇ? ਸਰ ਓਵਰ ਸਪੀਡ ਤਾਂ ਨਹੀਂ ਹੋਣੀ ਚਾਹੀਦੀ ਨਾ। ਮੈਂ ਮੰਨਦਾ ਗੱਲ ਯਾਰ, ਪਰ ਗੱਲ ਇਹ ਹੈ ਕਿ ਸਾਰੇ ਹੀ ਮੈਕਸਿਮਮ ਟਿੱਪਰ ਜਿਹੜੇ ਹੈ ਉਹ ਓਵਰਲੋਡ ਵੀ ਚੱਲਦੇ, ਸਪੀਡ ਤੇ ਵੀ ਚੱਲਦੇ, ਔਰ ਰਾਤ ਨੂੰ ਤਾਂ ਖਾਸ ਤੌਰ ਤੇ। ਠੀਕ ਆ, ਤੁਹਾਨੂੰ ਯਾਦ ਹੋਊਗਾ ਜਦ ਫੱਟਾ ਬਸਤੀ ਚੌਂਕ ਸੀਗਾ, ਰੋਜ਼ ਹੀ ਉੱਥੇ ਕੋਈ ਨਾ ਕੋਈ ਐਕਸੀਡੈਂਟ ਹੋਇਆ ਹੁੰਦਾ ਸੀਗਾ। ਸੋ ਇਹ ਇੱਕ ਪ੍ਰੋਬਲਮ ਹੈਗਾ, ਪੁਲਿਸ ਦਾ ਕੰਮ ਹੈ, ਪੁਲਿਸਿੰਗ ਇਸ਼ੂ ਹੈ। ਮੈਂ ਇਸ ਮੈਟਰ ਨੂੰ ਕਈ ਵਾਰੀ ਐਸਐਸਪੀ ਨਾਲ ਟੇਕ ਅਪ ਵੀ ਕੀਤਾ। ਆਈ ਡੋਂਟ ਅੰਡਰਸਟੈਂਡ ਕਿ 2-4 ਦਿਨ ਥੋੜੀ ਸਖਤੀ ਹੋ ਜਾਂਦੀ, ਫਿਰ ਮੁੜ ਕੇ ਢਿੱਲੇ ਹੋ ਜਾਂਦੇ ਆ। ਇਹ ਦੁਬਾਰਾ ਇਸ ਮਸਲੇ ਨੂੰ ਚੱਕਾਂਗੇ। ਸਰ ਨਵਾਂ ਸ਼ਹਿਰ ਤੁਹਾਡੇ ਤੋਂ ਉਮੀਦ ਰੱਖਦਾ ਕਿ ਤੁਸੀਂ ਇਸ ਨੂੰ ਠੱਲ ਪਾਓ। ਦੇਖੋ ਮੇਰੇ 'ਚ ਜਿੰਨੀ ਹਿੰਮਤ ਆ ਔਰ ਜਿੰਨੀ ਤਾਕਤ ਆ, ਮੈਂ ਆਪਣੇ ਵੱਲੋਂ ਲੱਗਿਆ ਰਹਿੰਦਾ। ਠੀਕ ਆ, ਪਰ ਜੇਕਰ ਤੁਸੀਂ ਕਹੋ ਕਿ ਸਾਰਾ ਕੁਝ ਹੀ ਐਮਐਲਏ ਦੇ ਚੁਟਕੀ ਮਾਰਨ ਨਾਲ ਹੋ ਜਾਂਦਾ, ਗੱਲ ਗਲਤ ਆ। ਆਈ ਐਮ ਆਲਸੋ ਡਿਪੈਂਡੈਂਟ ਔਨ ਅ ਸੈਟ ਆਫ ਆਫਿਸਰਸ ਐਂਡ ਸੈਟ ਆਫ ਪੀਪਲ। ਮੈਂ ਚਲੋ ਇਸ ਗੱਲ ਤੋਂ ਨੱਠ ਨਹੀਂ ਰਿਹਾ, ਮੈਂ ਸਰਕਾਰ ਦਾ ਹਿੱਸਾ, ਸਰਕਾਰ ਦਾ ਮੈਂਬਰ ਆ। ਮੈਂ ਇਹ ਗੱਲ ਕਹਿ ਕੇ ਨਿਕਲ ਨਹੀਂ ਸਕਦਾ ਕਿ ਮੇਰੀ ਕੋਈ ਜਵਾਬਦੇਹੀ ਨਹੀਂ, ਮੇਰੀ ਪੂਰੀ ਜਵਾਬਦੇਹੀ ਆ। ਪਰ ਮੈਂ ਸਿਰਫ ਤੁਹਾਨੂੰ ਇੰਨਾ ਕਹਿ ਸਕਦਾ ਕਿ ਜਿੰਨੀ ਮੇਰੇ 'ਚ ਹਿੰਮਤ ਹੈ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਸ ਕੰਮ ਨੂੰ ਪ੍ਰਾਇੋਰਟੀ ਤੇ ਠੀਕ ਕਰਾਵਾਂ। ਅੱਜ ਵੀ ਇੱਥੇ ਜੇ ਮੈਂ ਰੇਲਵੇ ਰੋਡ ਤੇ ਆਇਆ, ਕਿਸੇ ਦੇ ਬੁਲਾਏ ਤੇ ਨਹੀਂ ਆਇਆ। ਮੈਂ ਕਲੀਅਰ ਕਰਨਾ ਚਾਹੁੰਦਾ, ਮੈਨੂੰ ਆਪ ਜਦ ਮੈਂ ਕੱਲ ਤੁਹਾਡੇ ਚੈਨਲ ਰਾਹੀਂ ਦੇਖਿਆ PV 32 'ਚ ਕਿ ਇੱਥੇ ਐਕਸੀਡੈਂਟ ਹੋਇਆ, ਔਰ ਅੱਜ ਸਵੇਰੇ ਵੀ ਮੈਨੂੰ ਪਤਾ ਚੱਲਿਆ ਕਿ ਕੁਝ ਲੋਕ ਇਕੱਠੇ ਹੋਏ ਆ, ਤਾਂ ਮੈਂ ਆਪ ਇੱਥੇ ਆਉਣਾ ਚਾਹੁੰਦਾ ਸੀ ਔਰ ਮੈਂ ਚੈੱਕ ਕਰਨਾ ਚਾਹੁੰਦਾ ਸੀ ਕਿ ਸਥਿਤੀ ਕੀ ਆ, ਕਿ ਮੇਰੇ ਆਉਣ ਨਾਲ ਘੱਟੋ ਘੱਟ ਇੱਥੇ ਐਡਮਿਨਿਸਟ੍ਰੇਸ਼ਨ ਤੇ ਠੇਕੇਦਾਰ ਤੇ ਜਿਹੜਾ ਕੁਝ ਨਾ ਕੁਝ ਪ੍ਰੈਸ਼ਰ ਪਵੇ ਕਿ ਇਹ ਗੱਲ, ਇਹ ਮੈਟਰ ਸੀਰੀਅਸ ਆ। ਠੀਕ ਆ, ਸੋ ਮੈਨੂੰ ਉਮੀਦ ਆ ਕਿ ਅਗਲੇ 2-4-5 ਦਿਨ 'ਚ ਜਿਹੜਾ ਇਹ ਰੇਲਵੇ ਰੋਡ ਦਾ ਜਿੰਨਾ ਖਲਾਰਾ ਇਹਨਾਂ ਨੇ ਪਾਇਆ, ਇਹਨੂੰ ਕੰਪਲੀਟ ਕੀਤਾ ਜਾਊਗਾ। ਪਰ ਸਰ ਹੁਣ ਇਹ ਲੜਾਈ ਮਸ਼ੀਨਾਂ ਦੀ ਨਹੀਂ, ਸਰੀਨਾ ਦੀ ਰਹਿ ਗਈ। ਫਿਰ ਮੈਂ ਹੁਣ ਕੀ ਕਹਿ ਸਕਦਾ ਜੀ। ਗੱਲ ਇਹ ਆ, ਜੇਕਰ ਤਾਂ ਸਰੀਨ ਸਾਹਿਬ ਕੋ ਠੇਕੇਦਾਰ ਮੈਂ, ਕਿਉਂਕਿ ਸ਼ਹਿਰਦਾਰੀ ਆ, ਹੁਣ ਮੈਂ ਉਹਨਾਂ ਨੂੰ ਰਿਕੁਐਸਟ ਕਰਦਾ ਰਿਹਾ, ਮੈਸੇਜ ਵੀ ਭੇਜਦਾ ਰਿਹਾ। ਚਲੋ ਉਹਨਾਂ ਦੇ ਆਪਣੇ ਹੈਲਥ ਇਸ਼ੂ ਸੀਗੇ, ਕੋਵਿਡ ਪੋਜ਼ਿਟਿਵ ਆ ਗਏ ਸੀਗੇ, ਬਟ ਇਸ ਗੱਲ ਨੂੰ ਲੋਕਾਂ ਨੇ ਨਹੀਂ ਦੇਖਣਾ ਕਿ ਐਮਐਲਏ ਕੋਵਿਡ ਪੋਜ਼ਿਟਿਵ ਆ ਜਾਂ ਠੇਕੇਦਾਰ ਪੋਜ਼ਿਟਿਵ। ਲੋਕਾਂ ਨੂੰ ਉਹਨਾਂ ਦਾ ਕੰਮ ਨਾਲ ਮਤਲਬ ਆ। ਠੀਕ ਹੈ ਜੀ, ਸੋ ਇਸ ਇਸ਼ੂ ਨੂੰ ਇਹਨਾਂ ਨੂੰ ਐਡਰੈਸ ਕਰਨਾ ਪਊਗਾ। ਜੇ ਕੋਈ ਸ਼ਾਇਦ ਬਾਹਰਲਾ ਬੰਦਾ ਹੁੰਦਾ, ਸ਼ਾਇਦ ਆਪਾਂ ਉਹਨਾਂ ਨਾਲ ਗੱਲ ਵੀ ਨਾ ਕਰਦੇ, ਆਪਾਂ ਕਾਰਵਾਈ ਕਰਦੇ। ਪਰ ਕਿਉਂਕਿ ਸ਼ਹਿਰਦਾਰੀ, ਆਪਾਂ ਚਾਹੁੰਦੇ ਨਹੀਂ ਕਿ ਆਪਾਂ ਆਪਣੇ ਸ਼ਹਿਰ ਦੇ ਕਿਸੇ ਬੰਦੇ ਨੂੰ ਖਰਾਬ ਜਾਂ ਤੰਗ ਕਰੀਏ। ਪਰ ਜੇ ਇਹ ਵੀ ਇੱਕ ਹੱਦ ਤੱਕ ਆ, ਜੇ ਉਹ ਇਹਨੂੰ ਡਿਲੇ ਕਰੂਗੇ ਔਰ ਜ਼ਿਆਦਾ ਲੋਕੀ ਪਰੇਸ਼ਾਨ ਹੋਣਗੇ, ਫਿਰ ਪ੍ਰਸ਼ਾਸਨ ਨੇ ਤਾਂ ਆਪਣਾ ਫਿਰ ਕਾਰਵਾਈ ਕਰਨੀ ਹੈ। ਇੱਕ ਕਲਾਸ ਗੱਲ ਕਹੂੰਗਾ, ਮੈਂ ਹੈਰਾਨ ਆ, ਸ਼ਾਇਦ ਸਿਸਟਮ 'ਚ ਨਵਾਂ। ਜਿਹੜੇ ਲੋਕ ਇੱਥੇ ਪਹਿਲਾਂ ਜ਼ਿਆਦਾ ਰੌਲਾ ਪਾ ਰਹੇ ਸੀ, ਉਹ ਕਹਿ ਰਹੇ ਸੀ ਆਪਾਂ ਐਮਐਲਏ ਸਾਹਿਬ ਦੀ ਕਾਰਗੁਜ਼ਾਰੀ ਤੋਂ ਬਿਲਕੁਲ ਸੰਤੁਸ਼ਟ ਆ। ਮੈਨੂੰ ਨਹੀਂ ਪਤਾ, ਬਾਅਦ 'ਚ ਆਵਾਜ਼ ਚੱਕਦੇ ਨੇ, ਸਵਾਲ ਪੁੱਛਦੇ ਨੇ, ਸਾਹਮਣੇ ਕੋਈ ਨਹੀਂ ਪੁੱਛਦਾ। ਪਤਾ ਨਹੀਂ ਜੀ, ਚਲੋ ਮੈਂ ਸਾਡਾ ਸ਼ਹਿਰ ਆ, ਮੈਂ ਕਿਸੇ ਬੰਦੇ ਨੂੰ ਕੋਈ ਇੱਦਾਂ ਮਾੜਾ ਨਹੀਂ ਕਹਿੰਦਾ। ਦੇਖੋ ਜਿਹੜਾ ਜੈਨੂਇਨ ਇਸ਼ੂ ਹੈ, ਕੋਈ ਵੀ ਬੰਦਾ ਉਠਾਏ, ਮੈਂ ਉਹਦੀ ਇੱਜ਼ਤ ਕਰਦਾ, ਭਾਵੇਂ ਕੋਈ ਮੇਰੀ ਆਪਣੀ ਪਾਰਟੀ ਦਾ, ਭਾਵੇਂ ਕੋਈ ਵਿਰੋਧੀ ਆ। ਠੀਕ ਹੈ ਜੀ, ਇਸ਼ੂ ਉਠਾਉਣਾ ਉਹਨਾਂ ਦਾ ਫਰਜ਼ ਬਣਦਾ, ਔਰ ਜੇ ਇਸ਼ੂ ਉਠਾਓਗੇ ਤਾਂ ਆਪਾਂ ਕੰਮ ਕਰ ਸਕਾਂਗੇ। ਸੋ ਇਹ ਉਹਨਾਂ ਦੀ ਇੱਕ ਜੈਨੂਇਨ ਪ੍ਰੋਬਲਮ ਆ, ਇਹ ਸ਼ਹਿਰ ਦੀ ਜੈਨੂਇਨ ਪ੍ਰੋਬਲਮ ਆ। ਅੱਜ ਇੱਥੇ ਹਾਲਾਤ ਜਿਹੜੇ ਹੈਗੇ ਉਹ ਨਹੀਂ ਠੀਕ, ਪਰ 25 ਸਾਲ ਬਾਅਦ ਇਹ ਸੜਕ ਬਣ ਰਹੀ ਆ। ਠੀਕ ਆ,
1 ਮਹੀਨਾ ਆਪਾਂ ਔਖੇ ਹੋਏ ਆ, ਹੋ ਸਕਦਾ ਹਫਤਾ 10 ਦਿਨ ਹੋਰ ਸਾਨੂੰ ਔਖਾ ਰਹਿਣਾ ਪਏ, ਪਰ ਇੱਕ ਵਾਰੀ ਜਦ ਇਹ ਸੜਕ ਬਣ ਜਾਊਗੀ ਤਾਂ ਲੰਬਾ ਸਮਾਂ ਵੀ ਰਾਹਤ ਸਾਨੂੰ ਹੀ ਮਿਲਣੀ ਆ। ਚਲੋ ਬਹੁਤ ਸ਼ੁਕਰੀਆ, ਇਹ ਤੁਸੀਂ ਜਿਹੜੀ ਹੈ ਗੱਲ ਸੁਣ ਲਈ ਹੈ। ਜੀ ਜੀ ਕੀ ਕਹਿ ਰਹੇ ਹੋ? ਤਹਿਸੀਲਦਾਰ ਸਾਹਿਬ ਆਏ ਨੇ, ਚਲੋ ਸਰ ਨੇ ਟੈਕਨੀਕਲ ਕੁਝ ਗੱਲਾਂ ਕਰਨੀਆਂ ਨੇ, ਉਹ ਕਹਿੰਦੇ ਮੈਂ ਜੀ ਚਲੋ ਵੀਡੀਓ ਨੂੰ ਇੱਥੇ ਰੈਪ ਅਪ ਕਰਦੇ ਆ। ਹਾਲਾਂਕਿ ਰਤਨ ਜੀ ਆ ਰਹੇ ਨੇ, ਮੈਂ ਕੋਸ਼ਿਸ਼ ਕਰਦਾ ਉਹਨਾਂ ਤੋਂ ਪੁੱਛਦਾ ਕਿ ਟਿੱਪਰ ਬਹੁਤ ਤੇਜ਼ ਚੱਲਦੇ ਤਾਂ ਹੱਲ ਕੀ ਹੋ ਸਕਦਾ, ਜੇ ਜਵਾਬ ਦੇਣ ਤਾਂ, ਕਿਉਂਕਿ ਕੱਲ ਵੀ ਇਹਨਾਂ ਨੇ ਮੈਨੂੰ ਕਿਹਾ ਸੀ ਮੈਂ ਤੁਹਾਨੂੰ ਜਵਾਬ ਨਹੀਂ ਦੇ ਸਕਦਾ, ਉਹ ਸ਼ਾਇਦ ਫਿਰ ਉੱਧਰ ਚਲੇ ਗਏ ਨੇ। ਮੈਂ ਇੱਕ ਵਾਰੀ ਜ਼ਰੂਰ ਰਤਨ ਜੀ ਨਾਲ ਇੱਕ ਵਾਰੀ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ। ਦੀਪ ਜੀ ਤੁਸੀਂ ਪੁੱਛੋ ਉਹਨਾਂ ਤੋਂ, ਦੀਪ ਜੀ ਜਾ ਕੇ ਪੁੱਛੋ, ਇੱਕ ਸਵਾਲ ਜ਼ਰੂਰ ਲੈਣਾ ਚਾਹੁੰਦੇ ਹਾਂ। ਸੋ ਚਲੋ ਬੈਟਰੀ ਲੋ ਹੋ ਗਈ ਹੈ ਕਹਿੰਦੇ ਕੈਮਰੇ ਦੀ, ਕਾਫੀ ਸਵੇਰ ਤੋਂ ਜਿਹੜਾ ਚੱਲ ਰਿਹਾ ਲਾਈਵ। ਚਲੋ ਧਰਨਾ ਖਤਮ ਹੋ ਚੁੱਕਾ ਹੈ ਜੀ। ਮੈਂ ਰਤਨ ਜੀ ਨੂੰ ਇੱਕ ਸਵਾਲ ਲੈ ਲੈਣਾ ਪਲੀਜ਼। ਸਰ ਇੱਕ ਰਿਕੁਐਸਟ ਹੈ, ਆਮ ਨਵਾਂ ਸ਼ਹਿਰ ਦੀ ਪਬਲਿਕ ਰਿਕੁਐਸਟ ਕਰਦੀ, ਰਾਤ ਨੂੰ ਟਿੱਪਰ ਜਿਹੜੇ ਨੇ ਓਵਰ ਸਪੀਡ ਚੱਲਦੇ ਅਫਸਰਾਂ ਨਾਲ ਗੱਲ ਕਰੋ, ਮੇਰੇ ਨਾਲ ਨਹੀਂ ਕਰੋ। ਚਲੋ ਤੁਸੀਂ ਜਵਾਬ ਲੈ ਲਿਆ ਜੀ, ਹੁਣ ਕੱਲ੍ਹ ਨੂੰ ਇਹ ਨਾ ਕਹੀਓ ਅਸੀਂ ਪੁੱਛਿਆ ਨਹੀਂ, ਉਹ ਕਹਿੰਦੇ ਅਫਸਰਾਂ ਨਾਲ ਗੱਲ ਕਰੋ। ਸੋ ਇਸ ਕਰਕੇ ਵੀਡੀਓ ਨੂੰ ਰੈਪ ਅਪ ਕਰਦੇ ਆ। ਵੀਡੀਓ ਤੁਸੀਂ ਬਣੇ ਰਹੋ ਪੀਪਤੀ ਨਵਾਂ ਸ਼ਹਿਰ ਨਾਲ, ਦਿਓ ਇਜਾਜ਼ਤ, ਬਹੁਤ ਜਲਦੀ ਫਿਰ ਹਾਜ਼ਰ ਹੋਣੇ। ਸਤਿ ਸ਼੍ਰੀ ਅਕਾਲ।